सत श्री अकाल, मैं तुहाडे नाल जसमीत। बोलो नेता जी प्रोग्राम के तहत असी अज पहुंचे हाँ विधान सभा हल्का लहरा गागा। इथों दे एक अजिहे लीडर दे नाल अज असी तुहानू तारुफ करावांगे जो किसी भी जान पछाण दे मुहताज नहीं है। नितड़क लीडर ने बेबाकी दे नाल अपनी गल कहंदे ने। पहली महिला मुख मंत्री रहे ने ते इकलौते महिला मुख मंत्री होए ने हुण तक दे। ਅਸੀਂ ਗੱਲ कर रहे हैं बीबी रजिंदर कौर पट्ठल जी की। साडे नाल मौजूद ने, उन्हां दे नाल गलबात करते हैं। बहुत बहुत स्वागत बीबी जी। बहुत धन्यवाद जी। ते बीबी जी, सब तो पहला ही सवाल है कि सियासी फ्यूचर प्लैनिंग की है, क्योंकि 2022 दी इलैक्शनस नज़दीक ने। देखो, मेरी जी आखिरी इच्छा हैगी है ते जां जिस तरीके नाल परण रह के मैं तुरी सी, सब नूं पता है कि मेरा सियासत में कोई ना दिलचस्पी सी, ना मैं आउणा चाहुंदी सी, ना मेरा ये कोई इंटरस्टिंग विशा सीगा। ਵੱਖਰੇ ਵੱਖਰੇ ਹਾਲਾਤਾਂ ਵਿੱਚ ਆਉਣਾ ਪਿਆ। ਨਾਓ ਵੀ ਆਰ ਔਨ ਲਾਸਟ ਲੈਗ। ਅਸੀਂ ਆਪਣੀਆਂ ਬਾਕੀ ਤਾਂ ਕਿਸੇ ਦਾ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕੀ ਹੋਣਾ, ਲੇਕਿਨ ਉਮਰਾਂ ਦੇ ਤਕਾਜ਼ੇ ਨਾਲ ਤੇ ਮੇਰੀ ਇੱਕ ਆਖਰੀ ਇੱਛਾ ਹੀ ਹੈਗੀ ਹੈ ਕਿ ਮੈਂ ਇੱਕ ਵਾਰ ਜੋ ਮੇਰੀ ਪਿੱਛੇ ਪੂਰੀ ਨਹੀਂ ਹੋ ਸਕੀ 2017 ਚ ਮੇਰੀ ਹਾਰ ਜਾਣ ਦੇ ਕਾਰਨ, ਮੈਂ ਬੇਸ਼ੱਕ ਇੱਥੇ ਬੇਸ਼ੁਮਾਰ ਕੰਮ ਕੀਤਾ ਜਿਹਦਾ ਮੈਂ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਚੈਲੰਜ ਕਰਦੀ ਹੁੰਦੀ ਹਾਂ ਕਿ ਤੁਸੀਂ ਆਪਣਾ ਕਿਤੇ ਵੀ ਜੇ 1/4 ਵੀ ਕੰਮ ਕੋਈ ਕਰਾ ਸਕਿਓ ਮੇਰੇ ਮੁਕਾਬਲੇ 'ਚ ਤਾਂ ਮੈਂ ਦੇਣਦਾਰ ਹੋਊਂਗੀ ਹਲਕੇ ਦੀ ਵੀ। ਲੇਕਿਨ ਜੇ ਮੈਂ ਤੁਹਾਡੇ ਨਾਲੋਂ 4-4 5-5 ਗੁਣਾ ਜ਼ਿਆਦਾ ਕੰਮ ਇੱਥੇ ਕਰਕੇ ਦਿਖਾਇਆ ਲਗਾਤਾਰ, ਜਿਹਦਾ ਪ੍ਰਚਾਰ ਨਹੀਂ ਮੈਂ ਕਰ ਸਕੀ, ਪ੍ਰਚਾਰ ਨਹੀਂ ਕੀਤਾ, ਲੋਕਾਂ ਨੂੰ ਲੱਗਦਾ ਕੁਛ ਕੀਤਾ ਹੀ ਨਹੀਂ ਹੈਗਾ। ਇਸ ਕਰਕੇ ਤੁਸੀਂ ਜਿਹੜੇ ਲੋਕ ਹੈਗੇ ਉੱਥੇ ਕੰਮ ਮੈਂ ਕੀਤਾ, ਪਰ ਇੱਛਾ ਜੇ ਮੇਰੀ ਵਿੱਚ ਜਿਹੜੀ ਬਾਕੀ ਰਹਿ ਗਈ ਸੀ, ਜਿਹੜੀ ਮੈਂ ਸਮਝਦੀ ਸੀ ਕਿ ਜੇ ਇਸ ਵਾਰ ਜਿੱਤੀ ਹੁੰਦੀ ਤਾਂ ਖੁਦ ਵਾਅਦਾ ਕਰਕੇ ਗਏ ਸੀ ਆਉਣ ਵਾਲੇ ਮੁੱਖ ਮੰਤਰੀ ਕਿ ਜ਼ਿਲ੍ਹਾ ਬਣਾਉਣਾ ਸੀ। ਇੱਥੇ ਦਾ ਜ਼ਿਲ੍ਹਾ ਅਜੇ ਮੇਰੇ ਰੜਕਦਾ। ਮੈਂ ਹੁਣ ਵੀ ਚਿੱਠੀ ਲਿਖੀ ਹੈ, ਚੰਨੀ ਸਾਹਿਬ ਨੂੰ ਵੀ ਲਿਖੀ ਹੈ, ਤੇ ਲੇਕਿਨ ਸਾਰੇ ਆਪਾਂ ਸਮਝਦੇ ਹਾਂ ਕਿ ਜਿਸ ਕਾ ਰਾਜ ਉਸੀ ਕਾ ਤੇਜ, ਸ਼ਕਤੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ। ਇੱਕ ਤਾਂ ਉਹ ਮੇਰਾ ਅਧੂਰਾ ਸੁਪਨਾ ਹੈ। ਦੂਜਾ ਮੇਰਾ ਹੈਗਾ ਕਿ ਇੱਥੇ ਮੈਂ ਚਾਹੁੰਦੀ ਸੀ ਕਿ ਇੱਥੋਂ ਦੇ ਲੋਕਾਂ ਨੇ ਇਕੱਠੇ ਬਣਾ ਕੇ ਕਰਕੇ 3-4 ਪ੍ਰੋਜੈਕਟ ਲੈ ਕੇ ਆਵਾਂ, ਜਿਹਦੇ ਵਿੱਚ ਸਾਡਾ ਬਹੁਤ ਗਰੀਬੀ ਹੈ। ਅਸੀਂ ਘੱਗਰ ਦੇ ਤੇ ਕਿਨਾਰੇ 'ਤੇ ਬੈਠੇ ਹਾਂ, ਹਰਿਆਣੇ ਦੇ ਬਾਰਡਰ ਦੇ ਕਿਨਾਰੇ 'ਤੇ ਬੈਠੇ ਹਾਂ। ਇੱਥੇ ਦੇ ਬੱਚਿਆਂ ਨੂੰ ਮੈਂ ਘੱਟੋ ਘੱਟ 8-10 ਹਜ਼ਾਰ ਬੱਚਿਆਂ ਨੂੰ ਰੁਜ਼ਗਾਰ ਦਿਵਾ ਸਕਾਂ। ਉਹ ਮੇਰਾ ਸੁਪਨਾ ਅਜੇ ਵਿਚਾਲੇ ਪਿਆ ਹੈ। 7 ਇਲੈਕਸ਼ਨਸ ਲੜੀਆਂ ਲਹਿਰਾ ਗਾਗਾ ਤੋਂ, 5 ਤੁਸੀਂ ਜਿੱਤੀਆਂ ਨੇ, 2 ਤੁਸੀਂ ਹਾਰ ਗਏ। ਲਾਸਟ ਇਲੈਕਸ਼ਨ ਕਰੀਬ 26,000 ਵੋਟਾਂ ਦੇ ਫਰਕ ਨਾਲ ਪਰਮਿੰਦਰ ਸਿੰਘ ਢੀਂਡਸਾ ਤੋਂ ਤੁਸੀਂ ਹਾਰੇ। ਇਸ ਵਾਰ ਜੇਕਰ ਤੁਸੀਂ ਲਹਿਰਾ ਗਾਗਾ ਤੋਂ ਲੜਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਟੱਕਰ ਹੈ ਜਿਹੜੀ ਕਿਸ ਪਾਰਟੀ ਨਾਲ ਹੋਏਗੀ? ਮੇਰੇ ਤਾਂ 2-2 3-3 ਮੁੱਖ ਮੰਤਰੀ ਮੇਰੇ ਖਿਲਾਫ ਲੜਦੇ ਸੀਗੇ, ਇਕੱਲਾ ਉਮੀਦਵਾਰ ਨਹੀਂ ਲੜਦਾ ਸੀ। ਉਹਨਾਂ ਦੇ ਵਿੱਚੋਂ ਵੀ ਮੈਨੂੰ ਮੇਰੇ ਲੋਕਾਂ ਨੇ ਮੇਰੇ ਕੰਮਾਂ ਕਾਜਾਂ ਨੂੰ ਦੇਖਦੇ ਹੋਏ ਜਿੱਤ ਬਖਸ਼ੀ 5 ਵਾਰ, ਮੈਨੂੰ 7 ਵਾਰ ਦੇ ਵਿੱਚੋਂ। ਇਸ ਵਾਰ ਇਹਨਾਂ ਦੋਨਾਂ ਗੱਲਾਂ ਕਰਕੇ ਕਿ ਇੱਕ ਤਾਂ ਸਮੁੱਚੇ ਅਕਾਲੀ ਦਲ ਦਾ ਉਮੀਦਵਾਰ ਬਣ ਕੇ ਆ ਗਿਆ, ਫਰੈਸ਼ ਸੀਗਾ, ਆਪਦਾ ਹਲਕਾ ਛੱਡ ਕੇ ਇਹ ਦੌੜੇ ਆਇਆ ਸੀ। ਉੱਥੇ ਜੇ ਚੰਗਾ ਬੰਦਾ ਕੰਮ ਕਰਨ ਵਾਲਾ ਹੁੰਦਾ ਤਾਂ ਉਹਦੇ ਘਰ 'ਚ ਹੀ ਰਹਿੰਦਾ, ਉੱਥੇ ਹੀ ਕੰਮ ਕਰਦਾ। ਉੱਥੇ ਇਹਨੂੰ ਪਤਾ ਸੀ ਇਹਨੂੰ ਵੋਟ ਪੈਣੀ ਨਹੀਂ। ਉਹਦਾ ਅਜੇ ਤੱਕ ਸਾਨੂੰ ਜਵਾਬ ਨਹੀਂ ਦੇ ਸਕਿਆ ਕਿ ਸਨਾਮ ਕਿਉਂ ਛੱਡਿਆ, ਅਤੇ ਜੇ ਸਨਾਮ ਦਾ ਨਹੀਂ ਬਣਿਆ ਤਾਂ ਲਹਿਰੇ ਦਾ ਕਿਵੇਂ ਬਣ ਜਾਊਗਾ। ਪਰ ਲੋਕਾਂ ਨੂੰ ਬੇੜੇ ਸਿਰ ਭਰਮਾ ਗਿਆ ਕਿਉਂਕਿ ਖਜ਼ਾਨੇ ਦਾ ਮੰਤਰੀ ਸੀ। ਕਈ 100 ਕਰੋੜ ਰੁਪਏ ਆਏ ਨੇ ਟੇਢੇ। ਤੁਹਾਨੂੰ ਟੱਕਰ ਕਿਹਦੇ ਨਾਲ ਲੱਗਦੀ ਹੈ? ਕਿਉਂਕਿ ਅਟਕਲਬਾਜ਼ੀਆਂ ਭਗਵੰਤ ਮਾਨ ਦੇ ਵੀ ਇੱਥੋਂ ਚੋਣ ਲੜਨ ਦੀਆਂ ਹੈਗੀਆਂ ਨੇ। ਸੋ ਜਿੱਥੋਂ ਤੱਕ ਪਰਮਿੰਦਰ ਢੀਂਡਸੇ ਦਾ, ਇਹਦਾ ਤਾਂ ਕੀ ਕੋਈ ਗੱਲ ਹੈ ਨਹੀਂ, ਲੱਗਦੀ ਨਹੀਂ। ਸੋ ਇਸ ਵਾਰ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਬਾਰ-ਬਾਰ ਲੱਕੜ ਦੀ ਜਿਹੜੀ ਹਾਂਡੀ ਹੁੰਦੀ ਹੈ ਉਹ ਨਹੀਂ ਚੜ੍ਹਦੀ ਹੁੰਦੀ। ਇਸ ਵਾਰ ਉਹ ਗੱਲ ਨਹੀਂ ਹੋਣੀ। ਇਸ ਵਾਰ ਇਹਨਾਂ ਲੋਕਾਂ ਨੇ ਸਮਝ ਲਿਆ ਕਿ ਜਿਹਦਾ ਆਪਦੀ ਪਾਰਟੀ ਦਾ ਵਜੂਦ ਹੀ ਨਹੀਂ ਸਾਡਾ ਕੀ ਕੰਮ ਕਰੂਗਾ। ਇਹਦਾ ਤਾਂ ਇਹ ਤੋਂ ਨਿਕਲਿਆ, ਸਮਝ ਲਓ ਤੁਸੀਂ। ਇਸ ਪਾਸੇ 20 MLA 'ਚੋਂ 10 MLA ਜਿਹੜੀ ਪਾਰਟੀ ਦੇ ਛੱਡ ਕੇ ਭੱਜ ਜਾਣ, ਉਹਨਾਂ ਦੇ ਖੁਦ ਮੈਂਬਰ ਛੱਡ ਕੇ ਭੱਜ ਜਾਣ, ਤਾਂ ਨਵੇਂ ਲੋਕ ਆਪਾਂ ਜੁੜਨ ਦੀ ਕਿੱਥੋਂ ਆਸ ਕਰ ਸਕਦੇ ਹਾਂ? ਬੀਬੀ ਜੀ, ਆਪਾਂ ਸੰਗਰੂਰ ਹਲਕੇ ਦੀ ਗੱਲ ਕਰ ਲੈਂਦੇ ਹਾਂ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਹਲਕੇ 'ਤੇ। ਅਤੇ ਇਸ ਵਾਰ ਅਕਾਲੀ ਦਲ ਨੇ ਉਹਨਾਂ ਦੀ ਜਾਨਸ਼ੀਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ। ਇਸ ਚੁਣੌਤੀ ਨੂੰ ਤੁਸੀਂ ਕਿਵੇਂ ਲੈਂਦੇ ਹੋ? ਹਾਂ, ਜਿਹੜਾ ਸੰਤ ਲੌਂਗੋਵਾਲ ਜੀ ਹੈ ਬਹੁਤ ਵੱਡੀ ਸ਼ਖਸੀਅਤ ਸੀ, ਧਾਰਮਿਕ ਵੀ, ਅਤੇ ਲੇਕਿਨ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਸੀਗੇ। ਇਹਦਾ ਜ਼ਿਆਦਾ ਵੱਡਾ ਨੁਕਸਾਨ ਪਰਮਿੰਦਰ ਸਿੰਘ ਢੀਂਡਸੇ ਨੂੰ ਹੋਣਾ ਹੈ, ਕਿਉਂਕਿ ਅਕਾਲੀ ਦਲ ਦੀ ਵੋਟ ਹੈ ਜਿਹੜੀ, ਇੱਕ ਤਾਂ ਉਹ ਪਾਰਟੀ ਨਾਲ ਬੱਝੀ ਹੁੰਦੀ ਹੈ। ਅਕਾਲੀ ਦਲ ਪਾਰਟੀ ਰੀਜਨਲ ਪਾਰਟੀ ਹੈ, ਵੱਡੀ ਪਾਰਟੀ ਹੈ, ਲੋਕ ਸਮਝਦੇ ਹੈ ਕਿ ਇਹਦਾ ਵਜੂਦ ਵੀ ਹੈ, ਇਹਨੇ ਰਾਜ ਤੇਜ ਵੀ ਕੀਤਾ ਅਤੇ ਵਿੰਗ ਵੀ ਹੈ। ਨੰਬਰ 2, ਲੌਂਗੋਵਾਲ ਸਾਹਿਬ ਦਾ ਨਾਂ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ। ਲੋਕ ਅੱਜ ਵੀ ਲੌਂਗੋਵਾਲ ਸਾਹਿਬ ਦੀ ਬਹੁਤ ਇੱਜ਼ਤ ਕਰਦੇ ਆ, ਸ਼ਰਧਾ ਉਹਨਾਂ ਦੇ ਮਨ ਦੇ ਵਿੱਚ। ਸੋ ਇਸ ਕਾਰਨ ਕਰਕੇ ਜਿਹੜੀ ਵੋਟ ਅਕਾਲੀ ਦਲ ਦੀ ਹੁੰਦੀ ਉਹ ਤੱਕੜੀ ਨਾਲ ਦੇ ਨਿਸ਼ਾਨ 'ਤੇ ਬੱਝੀ ਹੁੰਦੀ ਹੈ, ਜਿਹੜਾ ਨਿਸ਼ਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਵੇਲੇ ਸੀ ਤੱਕੜੀ ਦਾ, ਅਤੇ ਲੌਂਗੋਵਾਲ ਸਾਹਿਬ ਦਾ ਨਾਮ ਲੱਗਿਆ ਹੋਵੇ, ਤੱਕੜੀ ਦਾ ਨਿਸ਼ਾਨ ਲੱਗਿਆ ਹੋਵੇ। ਸੋ ਇਸ ਲਈ ਜਿਹੜੀ ਹੈਗੀ ਹੈ ਇਸ ਵਾਰ ਇਹ ਢੀਂਡਸਾ ਪਰਿਵਾਰ ਨੂੰ ਇਸ ਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪੈਣਾ ਹੈ। ਅਤੇ ਸਾਨੂੰ ਲੱਗਦਾ ਹੈ ਕਿ ਸਾਡੇ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ ਇਹ ਟੱਕਰ ਅਸੀਂ ਜ਼ਿਆਦਾ ਸਮਝਾਂਗੇ ਕਿ ਸਾਡੇ ਮੇਨ ਅਕਾਲੀ ਦਲ ਦਾ ਜਿਹੜਾ ਹੈਗਾ ਉਹਨਾਂ ਦੇ ਨਾਲ ਹੋਊਗੀ। ਟਫ ਫਾਈਟ ਅਕਾਲੀ ਦਲ ਨਾਲ ਨਹੀਂ, ਟਫ ਕੋਈ ਫਾਈਟ ਨਹੀਂ, ਲੇਕਿਨ ਇਹ ਟੱਕਰ ਸਾਡੀ ਇੱਥੇ ਹੋਊਗੀ।
ਫਾਈਟ ਤਾਂ ਹੁਣ ਜੇ ਜਿਉਂ-ਜਿਉਂ ਦਿਨ ਆਉਂਦਾ ਹੈ ਪਤਾ ਲੱਗਦਾ ਰਹਿੰਦਾ ਕੀ ਹੈਗਾ, ਕਿਹੜੇ ਇਸ਼ੂ ਨੇ, ਇਸ਼ੂਆਂ ਤੇ ਹੋ ਜਾਂਦੀ ਹੈ ਕਈ ਵਾਰ। ਤੇ ਬੀਬੀ ਜੀ, ਰਜਿੰਦਰ ਕੌਰ ਭੱਠਲ ਟਕਸਾਲੀ ਕਾਂਗਰਸੀ ਲੀਡਰ ਨੇ, ਮੁੱਖ ਮੰਤਰੀ ਰਹੇ 1996 ਤੋਂ ਲੈ ਕੇ 1997 ਤੱਕ। ਲਾਸਟ ਮਹੀਨਿਆਂ ਦੇ ਵਿੱਚ 97 ਦੀ ਸ਼ੁਰੂਆਤ ਵਿੱਚ ਹਰਚੰਦ ਸਿੰਘ ਬਰਾੜ ਨੂੰ ਉਦੋਂ ਲਾਂਭੇ ਕੀਤਾ ਗਿਆ। ਇੱਕ ਲੰਮਾ ਅਰਸਾ ਤੁਸੀਂ ਕਾਂਗਰਸ ਪਾਰਟੀ ਦੇ ਹੋ ਕੇ ਰਹੇ ਹੋ ਸ਼ੁਰੂ ਤੋਂ ਹੀ। ਤੁਹਾਡੇ ਫਾਦਰ ਸਾਹਿਬ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ 'ਚ ਗਏ, ਤੁਹਾਡੇ ਮਦਰ ਵੀ ਜੇਲ੍ਹ ਦੇ ਵਿੱਚ ਰਹੇ, ਤੁਹਾਡਾ ਬਰਥ ਵੀ ਉਸੇ ਫੇਜ਼ ਦੇ ਦੌਰਾਨ ਹੋਇਆ ਜਦੋਂ ਤੁਹਾਡੇ ਮਦਰ ਜੇਲ੍ਹ ਦੇ ਵਿੱਚ ਸੀ। ਤੁਸੀਂ ਇੱਕ ਟਾਈਮ ਆਫ ਪੀਰੀਅਡ ਆਪਣੀ ਜ਼ਿੰਦਗੀ ਦੇ ਸਾਰੇ ਹੀ ਸਾਲ ਕਾਂਗਰਸ ਨੂੰ ਦਿੱਤੇ। ਤੁਹਾਨੂੰ ਲੀਡਰ ਆਫ ਕਾਂਗਰਸ ਬਣਾਇਆ ਗਿਆ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ। ਫਿਰ ਅਜਿਹਾ ਕੀ ਹੁੰਦਾ ਹੈ ਕਿ ਇੱਕਦਮ ਰਜਿੰਦਰ ਕੌਰ ਭੱਠਲ ਨੂੰ ਹਾਸ਼ੀਏ ਤੇ ਕਰ ਦਿੱਤਾ ਜਾਂਦਾ ਹੈ? ਦੇਖੋ, ਇਹ ਜਿਹੜੀਆਂ ਸਿਚੁਏਸ਼ਨਾਂ ਨੇ, ਮੈਂ ਆਪਣੀ ਪਾਰਟੀ ਨੂੰ ਤੇ ਕੋਈ ਇਲਜ਼ਾਮ ਨਹੀਂ ਦੇਣਾ ਚਾਹੁੰਦੀ, ਕਿਉਂਕਿ ਸਮੇਂ-ਸਮੇਂ ਚੇਂਜਸ ਹੁੰਦੀਆਂ ਰਹੀਆਂ। ਮੈਂ ਜਿਸ ਖੂਨ 'ਚੋਂ ਬਣੀ ਵੀ ਹਾਂ ਉਹ ਖੂਨ ਤਿਆਗਦਾ ਹੈ, ਚਾਹੇ ਦੇਸ਼ ਲਈ ਤਿਆਗ ਕਰਨ ਦੀ ਲੋੜ ਪਈ ਹੋਵੇ, ਚਾਹੇ ਕਾਂਗਰਸ ਪਾਰਟੀ ਲਈ ਲੜੀ ਹੋਵੇ। ਤੇ ਇਹ ਠੀਕ ਹੈਗਾ ਕਿ ਮੈਨੂੰ ਜਿਸ ਵਕਤ ਮੌਕਾ ਮਿਲਿਆ, ਮੈਨੂੰ ਵੀ ਬਹੁਤ ਵੱਡਾ ਮਾਣ ਸਨਮਾਨ ਇੱਕੋ ਹੀ, ਜੇ ਕਾਂਗਰਸ ਪਾਰਟੀ 'ਚ ਮੁੱਖ ਮੰਤਰੀ ਬਣ ਸਕੇ, ਉਹ ਰਜਿੰਦਰ ਕੌਰ ਭੱਠਲ ਨੂੰ ਹੀ ਬਣਾਇਆ ਨਾ ਮੇਰੀ ਪਾਰਟੀ ਨੇ। ਬਾਰ-ਬਾਰ ਮੈਨੂੰ ਪ੍ਰਧਾਨ ਮੈਨੂੰ ਹੀ ਬਣਾਇਆ ਉਹਨਾਂ ਨੇ ਉਸ ਵਕਤ। ਲੇਕਿਨ ਜਿਸ ਵਕਤ ਵੀ ਮੈਂ ਆਪ ਹੀ ਖੁਦ ਸਮਝਦੀ ਸੀ ਕਿ ਮੈਂ ਇਕੱਲੀ ਕਿਉਂ ਇਸ ਤਰ੍ਹਾਂ 'ਤੇ ਹੋਵਾਂ, ਹੋਰ ਵੀ ਆਉਣ। ਮੈਂ ਖੁਦ ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇਪੀ ਨੂੰ ਆਪ ਕਹਿ ਕੇ ਲੈ ਕੇ ਆਈ। ਮੈਂ ਆਪ ਜਾਣ ਕੇ ਪਿੱਛੇ ਹਟੀ ਕਿ ਜੇ ਮੈਂ ਉਸ ਵਕਤ, ਕਿਉਂਕਿ ਮੈਂ ਬਹੁਤ ਜਿਵੇਂ ਮੈਂ ਕਹਿੰਦੇ ਆਪਣਾ ਮੇਨ ਫਰੰਟ ਲਾਈਨ 'ਤੇ ਮੇਰਾ ਸੀ ਚੱਲ ਰਿਹਾ, ਤੇ ਮੈਂ ਕਹਿੰਦੀ ਸੀ ਕਿ ਮੇਰੀ ਇਸ ਪਾਪੂਲੈਰਿਟੀ ਦੇ ਥੱਲੇ ਜਿਹੜੇ ਸਾਡੇ ਬੱਚੇ, ਮੇਰੇ ਭਰਾ ਮੈਂ ਲੈ ਕੇ ਆਈਆਂ, ਇਹਨਾਂ ਨੂੰ ਮੈਂ ਅੱਗੇ ਵਧਣ ਦਾ ਮੌਕਾ ਦੇਵਾਂ, ਮੈਂ ਥੋੜ੍ਹਾ ਪਿੱਛੇ ਹਟ ਜਾਵਾਂ। ਅੱਜ ਦੇ ਯੁੱਗ 'ਚ ਬਹੁਤ ਤੁਹਾਨੂੰ ਘੱਟ ਲੋਕ ਦੇਖੇ ਹੋਣਗੇ, ਔਰ ਲੋਕਾਂ ਨੂੰ ਯਕੀਨ ਵੀ ਨਹੀਂ ਆਊਗਾ ਇਸ ਗੱਲ ਦੇ ਉੱਤੇ ਕਿ ਕੋਈ ਬੰਦਾ ਇਹ ਕਹਿ ਰਿਹਾ ਕਿ ਮੈਂ ਦੂਜੇ ਨੂੰ ਅੱਗੇ ਕਰਨ ਵਾਸਤੇ ਆਪ ਪਿੱਛੇ ਹੁੰਨਾ। ਅੱਜ ਕੱਲ੍ਹ ਤਾਂ ਅੱਗੇ ਹੋਣ ਲਈ ਦੂਜਿਆਂ ਨੂੰ ਪਿੱਛੇ ਕਰਦੇ ਆ, ਮੈਂ ਦੂਜਿਆਂ ਨੂੰ ਅੱਗੇ ਕਰਨ ਲਈ ਆਪ ਪਿੱਛੇ ਹੋਈ ਸੀਗੀ। ਇਸ ਕਰਕੇ ਮੈਂ ਆਪ ਪਿੱਛੇ ਹਟੀ ਸੀ, ਮੈਂ ਆਪ ਕਹਿ ਕੇ ਬਣਵਾ ਕੇ ਲੈ ਕੇ ਆਈ ਸੀ। ਲੇਕਿਨ 2012 ਦੇ ਵਿੱਚ ਉਹਨਾਂ ਨੇ ਜਦੋਂ ਮੈਨੂੰ ਹਟਾਇਆ CLP ਤੋਂ, ਉਦੋਂ ਰਾਹੁਲ ਜੀ ਦਾ ਇਹ ਫੈਸਲਾ ਸੀ ਕਿ ਸਾਰੇ ਯੰਗਸਟਰ ਲੈ ਕੇ ਆਉਣੇ ਆ। ਇਕੱਲੀ ਮੈਨੂੰ ਹੀ ਨਹੀਂ ਹਟਾਇਆ ਗਿਆ, ਜਿਵੇਂ ਹਰਿਆਣੇ ਦੇ ਵਿੱਚ ਹੂਡਾ ਸਾਹਿਬ ਨੂੰ ਹਟਾਇਆ ਗਿਆ, ਉਦੋਂ ਕੈਪਟਨ ਸਾਹਿਬ ਨੂੰ ਪ੍ਰਧਾਨਗੀ ਤੋਂ ਵੀ ਹਟਾਇਆ ਗਿਆ। ਇਹ ਇੱਕ ਐਕਸਪੀਰੀਅੰਸ ਸਾਡੇ ਰਾਹੁਲ ਗਾਂਧੀ ਜੀ ਨੇ ਕੀਤਾ ਸੀ, ਜਿਹਦੇ ਮੁਤਾਬਕ ਮੈਂ ਵੀ ਉਸ ਵਿੱਚ ਮੈਂ ਕਹਿੰਦੀ ਸੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਕੋਈ ਬਗਾਵਤ ਨਹੀਂ ਕੀਤੀ ਕਦੇ, ਮੈਂ ਕੋਈ ਵੱਖਰੀ ਪਾਰਟੀ ਨਹੀਂ ਕਰਾਈ, ਕਿਉਂਕਿ ਮੈਨੂੰ ਅਹੁਦਿਆਂ ਦੀ ਲਾਲਸਾ ਕਦੇ ਰਹੀ ਨਹੀਂ। ਮੈਂ ਲੋਕਾਂ ਦੀ ਸੇਵਾ ਕਰਨ ਵਾਸਤੇ ਕਹਿੰਦੀ ਹਾਂ। ਸੋ ਇਸ ਕਾਰਨ ਕਰਕੇ ਸਾਡੀ ਪਾਰਟੀ ਨੇ ਜੇ ਫੈਸਲੇ ਲਏ, ਉਹਨੂੰ ਮੈਂ ਇਹ ਨਹੀਂ ਸਮਝਦੀ ਕਿ ਉਹਨਾਂ ਨੇ ਮੇਰੇ ਕਰਕੇ, ਮੇਰੇ ਖਿਲਾਫ ਕਰਕੇ ਲਏ ਹੈਗੇ ਨੇ ਜਾਂ ਮੈਨੂੰ ਹਾਸ਼ੀਏ ਤੇ ਲਿਆਉਣ ਲਈ ਕੀਤੇ ਹੈਗੇ ਨੇ। ਇਹ ਨਹੀਂ, ਦੈਟ ਵਾਜ਼ ਦਾ ਨੀਡ ਆਫ ਦਾ ਟਾਈਮ। ਉਸ ਵਕਤ ਸਿਚੁਏਸ਼ਨ ਦੀ ਵਕਤ ਦੀ ਲੋੜ ਸੀਗੀ, ਇੱਕ ਤਬਦੀਲੀ ਕਰਕੇ ਦੇਖਣਾ ਚਾਹੁੰਦੇ ਸੀ। ਤਬਦੀਲੀ ਚੱਲ ਰਹੀ ਹੈ, ਸਾਰਿਆਂ ਸਟੇਟਾਂ 'ਚ ਚੱਲ ਰਹੀ ਹੈ, ਸਾਰੇ ਸੂਬਿਆਂ 'ਚ ਇਹ ਕੁਛ ਹੋ ਰਿਹਾ ਹੈਗਾ, ਅਤੇ ਨਾਟ ਓਨਲੀ ਇਨ ਪੰਜਾਬ। ਸੋ ਇਸ ਕਰਕੇ ਮੈਂ ਉਹਨੂੰ ਹਮੇਸ਼ਾ ਆਪਣੀ ਪਾਰਟੀ ਦੇ ਹਿੱਤ ਵਿੱਚ ਹੀ ਲੈਂਦੀ ਹੋਈ ਨੇ ਉਹਨੂੰ ਪ੍ਰਵਾਨ ਕੀਤਾ ਹੈ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਤਬਦੀਲੀ ਕੀਤੀ ਗਈ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ, ਨਵੇਂ ਚਿਹਰਿਆਂ ਨੂੰ ਲਿਆਂਦਾ ਗਿਆ, ਪਰ ਇੱਦਾਂ ਨਹੀਂ ਲੱਗਦਾ ਕਿ ਨਵੇਂ ਚਿਹਰਿਆਂ ਨੂੰ ਤਵੱਜੋ ਦੇਣ ਦੇ ਲਈ ਜੋ ਤਜਰਬੇਕਾਰ ਲੋਕ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਪਾਰਟੀ ਦੇ ਵੱਲੋਂ? ਦੇਖੋ, ਇਹ ਬੇਸ਼ੱਕ ਅਸੀਂ ਆਪਣੀ ਪਾਰਟੀ ਪੱਧਰ 'ਤੇ ਰਾਏ ਦਿੰਦੇ ਹਾਂ, ਚਿੱਠੀਆਂ ਰਾਹੀਂ ਭੇਜ ਦਿੰਦੇ ਹਾਂ, ਅਤੇ ਉਹਦੇ ਵਿੱਚ ਮੈਂ ਵੀ ਇਹ ਸਮਝਦੀ, ਮੇਰੀ ਪਹਿਲੇ ਦਿਨੋਂ ਸੀ, ਮੈਂ ਖੁਦ ਸੋਨੀਆ ਗਾਂਧੀ ਜੀ ਨੂੰ ਵੀ ਕਿਹਾ ਸੀ, ਰਾਹੁਲ ਜੀ ਨੂੰ ਵੀ ਕਿਹਾ ਸੀਗਾ, ਨਵੀਂ ਪੀੜ੍ਹੀ ਤਾਂ ਅਸੀਂ ਲੈ ਕੇ ਆਵਾਂਗੇ, ਪੁਰਾਣੇ ਕਦ ਤੱਕ ਬੈਠੇ ਰਹਿਣਗੇ ਜੇ ਅਸੀਂ ਨਵਿਆਂ ਨੂੰ ਆਉਣ ਦਾ ਮੌਕਾ ਨਹੀਂ ਦੇਵਾਂਗੇ। ਲੇਕਿਨ ਮੈਂ ਇਹ ਵੀ ਸਮਝਦੀ ਹਾਂ ਕਿ ਜੋਸ਼ ਅਤੇ ਹੋਸ਼ ਇਹ ਦੋਨੋਂ ਇਕੱਠੇ ਹੋ ਕੇ ਅਗਰ ਚੱਲਦੇ ਹੈ ਤੇ ਉਹਦੇ ਨਾਲ ਫਿਰ ਤੁਹਾਡੀ ਜਿਹੜੀ ਗੱਡੀ ਹੈਗੀ ਹੈ, ਪੁਰਾਣਾ ਤਜਰਬਾ ਹੁੰਦਾ, ਨਵਿਆਂ ਦੀ ਤਾਕਤ ਤੇ ਜੋਸ਼ ਹੁੰਦੀ ਹੈ। ਔਰ ਜਦੋਂ ਅਸੀਂ ਇੱਕ ਵਰਗ ਨੂੰ ਇਕੱਲੇ ਨੂੰ ਅੱਗੇ ਲਾਉਂਦੇ ਹਾਂ, ਉਹਦਾ ਸਾਨੂੰ ਨੁਕਸਾਨ ਹੋਇਆ ਬਹੁਤ, ਹਰਿਆਣੇ 'ਚ ਵੀ ਹੋਇਆ, ਪੰਜਾਬ 'ਚ ਵੀ ਸਾਨੂੰ ਉਸ ਵਕਤ ਹੋਇਆ, ਅਤੇ ਸਾਨੂੰ ਹੋਰ ਸੂਬਿਆਂ 'ਚ ਵੀ ਹੋਇਆ। ਉਸ ਵਕਤ ਜਦੋਂ ਅਸੀਂ ਇੱਕ ਵਰਗ ਨੂੰ ਅੱਗੇ ਲਾਉਂਦੇ ਹਾਂ, ਸਾਡੇ ਬੱਚੇ ਹੈ, ਨਵੇਂ ਹੈ, ਅੱਗੇ ਆਉਣੇ ਚਾਹੀਦੇ ਹੈ, ਲੇਕਿਨ ਉਹਨਾਂ ਨੂੰ ਕੁਛ, ਜਿਵੇਂ ਕੋਈ ਅਫਸਰ ਬਣਦਾ ਨਵਾਂ, ਕੋਈ ਅਫਸਰ ਆਉਂਦੀ ਹੈ, ਉਹਨੂੰ ਕਹਿੰਦੇ ਪ੍ਰੋਬੇਸ਼ਨ ਪੀਰੀਅਡ। ਇਸੇ ਤਰ੍ਹਾਂ ਨਾਲ ਪੋਲੀਟੀਕਲ ਦੇ ਵਿੱਚ ਇਹ ਪ੍ਰੋਬੇਸ਼ਨ ਪੀਰੀਅਡ ਹੈ ਕਿ ਸੀਨੀਅਰ ਬੰਦਿਆਂ ਦੇ ਨਾਲ ਜੋੜੋ, ਭਾਵੇਂ ਤੁਸੀਂ ਕੋਈ ਰੇਸ਼ੋ ਰੱਖ ਲਓ, 75 ਅੱਗੇ 25, ਤੇ ਮੈਂ 25 ਦੇ ਵਿੱਚ ਆਈ ਸੀ, ਇੰਦਰਾ ਜੀ ਨੇ 25% ਔਰਤਾਂ ਨੂੰ ਦਿੱਤਾ ਸੀ ਕੋਟਾ, ਮੈਂ 25 ਆਈ ਸੀ, ਉਦੋਂ 75-25 ਸੀਗਾ। ਤੁਸੀਂ ਉਸ ਤੋਂ ਬਾਅਦ 60-40 ਰੱਖ ਲਓ, ਮੈਂ ਕਹਿੰਦਾ 50-50 ਵੀ ਰੱਖ ਲਓ, ਲੇਕਿਨ ਇਹਦੇ ਵਿੱਚ ਜ਼ਰੂਰੀ ਹੈ, ਅਸੀਂ ਆਪਣੇ ਤਜਰਬੇ ਤੋਂ ਦੇਖਿਆ ਵੀ ਹੈਗਾ, ਅਤੇ ਹੁਣ ਥੋੜ੍ਹਾ ਮੋਟਾ ਚੇਂਜਸ ਵੀ ਇਸ ਤਰ੍ਹਾਂ ਦੀ ਕੀਤੀਆਂ, ਜਿਵੇਂ ਹੁਣ ਗਹਿਲੋਟ ਜੀ ਨੂੰ ਲਾਇਆ ਜਾਂ ਹੋਰ ਨੂੰ ਲਾਇਆ। ਸੋ ਇਸ ਕਰਕੇ ਇਹ ਸਾਨੂੰ ਜ਼ਰੂਰੀ ਹੈਗਾ ਕਿ ਸੀਨੀਅਰ ਬੰਦਿਆਂ ਨੂੰ ਵੀ ਰੱਖੋ, ਜੂਨੀਅਰ ਨੂੰ ਨਾਲ ਦਿਓ, ਤਾਂ ਕਿ ਉਹਨਾਂ ਪੋਲੀਟੀਕਲ ਹੋਰ ਐਕਸਪੀਰੀਅੰਸ ਬਣ ਜਾਵੇ, ਹੋਰ ਉਹਨਾਂ ਨੂੰ ਕੌਨਫੀਡੈਂਸ ਆ ਸਕੇ, ਹੋਰ ਉਹ ਆਪਣੇ ਇੱਕ ਲੀਡਰ ਬਣਨ ਵਾਸਤੇ 25-30 ਸਾਲ ਚਾਹੀਦੇ ਹੁੰਦੇ ਨੇ, ਉਹਨਾਂ ਨੂੰ ਸਮਾਂ ਮਿਲ ਕੇ ਉਹ ਆਪਣੀ ਪ੍ਰਭੁਤਾ ਅਤੇ ਆਪਣੀ ਕਾਰਵਾਈ ਮੁਤਾਬਕ ਅੱਗੇ ਆ ਸਕਣ, ਅਤੇ ਆਖਿਰਕਾਰ ਤਾਂ ਇਹਨਾਂ ਨੇ ਕਮਾਂਡ ਸੰਭਾਲਣੀ ਹੈ ਸਾਡੇ ਬੱਚਿਆਂ ਨੇ। ਆਪਾਂ ਬੀਬੀ ਜੀ ਤੁਹਾਡੀ ਸਿਆਸਤ ਦੀ ਗੱਲ ਕਰ ਰਹੇ ਸੀ, ਇੱਕ ਲੰਮਾ ਚੌੜਾ ਸਫ਼ਰ ਤੁਹਾਡਾ ਰਿਹਾ ਹੈ, ਅਤੇ ਆਪਾਂ ਕਹਿ ਰਹੇ ਸੀ ਕਿ ਤੁਹਾਨੂੰ ਹਾਸ਼ੀਏ 'ਤੇ ਕਿਵੇਂ ਲਿਆਂਦਾ ਗਿਆ। ਤੁਸੀਂ ਕਿਹਾ ਕਿ ਕੁਛ ਨਵੇਂ ਲੋਕਾਂ ਨੂੰ ਉਹ ਅੱਗੇ ਲੈ ਕੇ ਆਉਣਾ ਸੀ, ਪ੍ਰਮੋਟ ਕਰਨਾ ਸੀ, ਸਾਰੀਆਂ ਚੀਜ਼ਾਂ ਪਾਰਟੀ ਲੈਵਲ 'ਤੇ ਹੁੰਦੀਆਂ ਨੇ। ਬੀਤੇ ਦਿਨੀ ਕਾਂਗਰਸ ਦੀ ਇੱਕ ਕੰਪੇਨ ਹੈ ਜਿਹੜੀ ਲਾਂਚ ਕੀਤੀ ਜਾਂਦੀ ਹੈ 30 ਪੰਜਾਬ ਦੀ, ਆਪਣਾ ਹੱਕ ਜਾਣ ਦੀ। ਨਵਜੋਤ ਕੌਰ ਸਿੱਧੂ ਹੁੰਦੇ ਨੇ, ਅਲਕਾ ਲਾਂਬਾ ਹੁੰਦੇ ਨੇ, ਤੁਸੀਂ ਕੀ ਤੁਹਾਨੂੰ ਉਸ ਦੇ ਲਈ ਇਨਵਾਈਟ ਨਹੀਂ ਕੀਤਾ ਗਿਆ ਜਾਂ ਫਿਰ ਤੁਸੀਂ ਆਪ ਨਹੀਂ ਗਏ?
ਨਹੀਂ, ਇਹ ਤਾਂ ਵੱਖੋ ਵੱਖਰੀਆਂ ਦੇਖੋ ਕਮੇਟੀਆਂ ਹੁੰਦੀਆਂ, ਜਿਸ ਤਰ੍ਹਾਂ ਕੰਫਰਟ ਦੇਖਿਆ ਜਾਂਦਾ ਹੈ, ਜਿਸ ਤਰ੍ਹਾਂ ਈਜ਼ੀਲੀ ਅਵੇਲੇਬਲ ਕੌਣ ਹੈ, ਜਿਹੜੀਆਂ ਕਿਸੇ ਦੇ ਨਾਲ ਕੋਆਰਡੀਨੇਸ਼ਨ ਕਰਨੀ ਹੈ ਉਹ ਹਾਈ ਕਮਾਂਡ ਤੇ ਸਟੇਟ ਦੇ ਸਰਕਾਰ ਜਾਂ ਸਟੇਟ ਦੀ ਪਾਰਟੀ ਨਾਲ ਕਰਨੀ ਹੁੰਦੀ ਹੈ। ਉਹਦੇ ਵਾਸਤੇ ਤਾਂ ਅੰਬਿਕਾ ਸੋਨੀ ਜੀ ਚੂਜ਼ ਕੀਤੇ ਹੈ। ਆਈ ਥਿੰਕ ਦੈਟ ਇਜ਼ ਅ ਗੁੱਡ ਡਿਸੀਜਨ ਕਿ ਉਹ ਦਿੱਲੀ 'ਚ ਹੀ ਬੈਠੇ ਨੇ, ਗਵਰਨਮੈਂਟ ਨਾਲ ਉਹਨਾਂ ਨਾਲ ਵੀ ਕਰ ਸਕਦੇ, ਇੱਥੋਂ ਵਾਲੀ ਗਵਰਨਮੈਂਟ ਵਾਲੇ ਵੀ ਉੱਥੇ ਜਾਂਦੇ ਹੀ ਰਹਿੰਦੇ ਆ, ਉਹ ਕਰ ਸਕਦੇ, ਉਹਦੇ ਫਿੱਟ ਹੈਗੇ, ਉੱਥੇ ਕੀਤੇ ਹੈਗੇ ਨੇ। ਸਾਰਿਆਂ ਨੂੰ ਪਾਇਆ ਉਹਨਾਂ ਨੇ, ਇਲੈਕਸ਼ਨ ਕਮੇਟੀ ਵੀ ਸਾਰਿਆਂ ਨੂੰ ਪਾਇਆ, ਉਹਦੇ ਵਿੱਚ ਰੱਖਿਆ ਸੀ। ਮੈਂ ਕੱਲ੍ਹ ਪਰਸੋਂ ਮਿਲ ਕੇ ਆਈ ਹਾਂ ਔਰ ਸਾਡੀਆਂ ਰਾਇਆਂ ਵੀ ਲੈਂਦੇ ਆ। ਮੈਂ ਪਿੱਛੇ ਗਈ ਹਾਂ, ਸੋਨੀਆ ਜੀ ਨਾਲ ਵੀ ਮੇਰੀ ਬਹੁਤ ਖੁੱਲ੍ਹਾ ਸਾਰੀ ਡਿਸਕਸ਼ਨ ਹੋਈ ਹੈ ਸਟੇਟ ਦੀ। ਰਾਹੁਲ ਗਾਂਧੀ ਜੀ ਨਾਲ ਵੀ ਮੇਰੀ ਹੁਣ ਥੋੜ੍ਹੇ ਦਿਨ 8-10 ਦਿਨ ਪਹਿਲਾਂ ਡਿਸਕਸ਼ਨ ਹੋਈ ਹੈ। ਸਾਡੀਆਂ ਰਾਇਆਂ ਵੀ ਲੈਂਦੇ ਆ, ਸਾਨੂੰ ਜ਼ਿੰਮੇਵਾਰੀਆਂ ਵੀ ਦਿੰਦੇ ਨੇ, ਪਰ ਨਾਲ ਅਸੀਂ ਸਮਝਦੇ ਹਾਂ ਕਿ ਠੀਕ ਫੈਸਲਾ ਹੈ। ਅੱਜ ਵਕਤ ਤੇ ਯੁੱਗ ਆ ਗਿਆ ਕਿ ਯੂਥ ਸਾਡੀ ਜਿਹੜੀ ਹੈਗੀ ਹੈ ਉਹ ਅੱਗੇ ਆਉਣੀ ਚਾਹੀਦੀ ਹੈ। ਬਿਲਕੁਲ ਬੀਬੀ ਜੀ, ਠੀਕ ਹੈ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਮੇਰਾ ਸਵਾਲ ਇਹ ਹੈ ਕਿ ਐਜ਼ ਫੀਮੇਲ ਬੀਇੰਗ ਮੈਨੂੰ ਵੀ ਲੱਗਦਾ ਹੈ ਕਿ ਤੁਸੀਂ ਪਾਰਟੀ ਦੇ ਇੱਕ ਪੁਰਾਣੇ ਲੀਡਰ ਹੋ, ਟਕਸਾਲੀ ਕਾਂਗਰਸੀ ਲੀਡਰ ਹੋ, ਕਿ ਜੋ ਕੰਪੇਨ ਕੁੜੀਆਂ ਦੇ ਲਈ ਲਾਂਚ ਕੀਤੀ ਗਈ ਹੈ ਉਸ ਦੇ ਵਿੱਚ ਤੁਹਾਡਾ ਹੋਣਾ ਬਣਦਾ ਸੀ, ਜਾਂ ਪੁਰਾਣੀਆਂ ਜਿਹੜੀਆਂ ਕਾਂਗਰਸੀ ਲੀਡਰਸ ਹੋਰ ਨੇ ਉਹਨਾਂ ਦਾ ਵੀ ਹੋਣਾ ਬਣਦਾ ਸੀ? ਦੇਖੋ, ਬਣਦਾ ਅਸੀਂ ਆਪਣੇ ਐਂਗਲ ਤੋਂ ਸੋਚ ਰਹੇ ਹੁੰਦੇ ਹਾਂ, ਕਿਸ ਐਂਗਲ ਤੋਂ ਕਿੱਥੇ ਕੀ ਤੋਂ ਕਿਵੇਂ ਕੰਮ ਲੈਣਾ, ਇਹ ਹਾਈ ਕਮਾਂਡ ਨੇ ਸਾਰੇ ਲੈਵਲਾਂ 'ਤੇ ਸੋਚਣਾ ਹੁੰਦਾ ਹੈਗਾ। ਸੋ ਮੈਨੂੰ ਇਸ 'ਤੇ ਕੋਈ ਨਾ ਸ਼ਿਕਵਾ ਨਾ ਇਤਰਾਜ਼ ਹੈ। ਜੋ ਕੁਛ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਫੈਸਲਾ ਕੀਤਾ ਹੈ। ਮਤਲਬ ਤੁਹਾਨੂੰ ਨਹੀਂ ਦੱਸਿਆ ਗਿਆ ਇਸ ਦੇ ਬਾਰੇ ਕਿ ਕੱਲ ਕੰਪੇਨ ਲਾਂਚ ਕਰਨੀ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੰਪੇਨ ਇਹ ਹੈ ਜਿਹੜੀ? ਨਹੀਂ, ਕੰਪੇਨ ਲਾਂਚ ਦੇ ਵਿੱਚ ਕੰਪੇਨ ਵਾਲਿਆਂ ਨੇ ਕੰਮ ਕਰਨਾ, ਕੰਪੇਨ ਕਮੇਟੀ ਨੇ। ਇਹ ਥੋੜ੍ਹਾ ਹੈਗਾ ਕਿ ਜੇ ਇੱਕ ਵਿੰਗ ਦੇ ਕੰਮ ਵਿੱਚ ਸਾਰੇ ਅਸੀਂ ਹੋਈਏ। ਹੁਣ ਕਈ ਥਾਵਾਂ 'ਤੇ ਸਿੱਧੂ ਹੁੰਦਾ ਨਾਲ, ਕਈ ਥਾਵਾਂ 'ਤੇ ਚੰਨੀ ਹੁੰਦਾ ਨਾਲ, ਕਈ ਥਾਵਾਂ 'ਤੇ ਉਹ ਇੱਕ ਜਣਾ ਨਹੀਂ ਹੁੰਦਾ, ਦੂਜਾ ਨਹੀਂ ਹੁੰਦਾ। ਅਸੀਂ ਐਂ ਤਾਂ ਨਹੀਂ ਕਿ ਸਾਰਿਆਂ ਥਾਵਾਂ 'ਤੇ ਸਾਰੀ ਅਸੀਂ ਕੰਪੇਨ ਲਾਂਚਿੰਗ ਦੇ ਨਾਲ ਜਿਹੜੀ ਹੈਗੀ ਮੇਨ ਕੰਪੇਨ ਤਾਂ ਇਹ ਤਾਂ ਜਾਣਦੇ ਆ, ਸਾਰੀਆਂ ਪਾਰਟੀਆਂ ਕਰ ਰਹੇ ਆ ਅਤੇ ਹੋ ਹੀ ਰਹੀ ਹੈ ਕੰਪੇਨ। ਇਸ ਕਰਕੇ ਹਰ ਥਾਵਾਂ 'ਤੇ ਅਸੀਂ ਬੈਠੇ ਹਾਂ, ਸਾਤੋਂ ਉਹੋ ਜਿਹੀ ਸਲਾਹ ਲੈ ਰਹੇ ਹਾਂ ਜਿਹੜੇ ਅਸੀਂ ਬੈਠੇ ਸਲਾਹ ਦੇ ਸਕਦੇ ਹੁੰਦੇ ਹਾਂ। ਹਰ ਥਾਂ 'ਤੇ ਹਰ ਲੀਡਰ ਦਾ ਜਾਣਾ ਦੈਟ ਇਜ਼ ਨਾਟ ਮਸਟ ਕਿ ਉਹ ਜ਼ਰੂਰ ਉੱਥੇ ਹੋਵੇ। ਅਤੇ ਸਾਨੂੰ ਪੁੱਛ ਕੇ ਤਰੀਕਾ ਰੱਖੀਆਂ ਨੇ, ਸਾਨੂੰ ਪੁੱਛ ਕੇ ਗੱਲ ਕੀਤੀ ਹੈ, ਸਾਨੂੰ ਪਤਾ ਹੁੰਦਾ ਪ੍ਰੋਗਰਾਮ ਦਾ ਕੀ ਹੈ, ਅਸੀਂ ਦੇਖ ਰਹੇ ਹੈਗੇ ਹਾਂ। ਉਹ ਸਾਡੀ ਮਰਜ਼ੀ ਦੇ ਨਾਲ ਸਲਾਹ ਨਾ ਜਾਂਦਾ, ਅਸੀਂ ਥਾਪੀ ਦੇ ਕੇ ਤੋਰਦੇ ਹਾਂ ਕਿ ਚਲੋ ਬੇਟਾ ਕਰੋ ਸਾਰੇ ਕੰਮ ਆਪਣਾ। ਹੁਣ ਜਿਸ ਤਰ੍ਹਾਂ ਦਾ ਮਾਹੌਲ ਹੈ, ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਇਆ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ, ਫਿਰ ਇਸ ਜਗ੍ਹਾ 'ਤੇ ਕੈਪਟਨ ਅਮਰਿੰਦਰ ਦਾ ਐਕਸਪੀਰੀਅੰਸ ਕਿਉਂ ਨਹੀਂ ਵੇਖਿਆ ਗਿਆ? ਉਹਨਾਂ ਨੂੰ ਲਾਂਭੇ ਸੀਨੀਅਰ ਹੋਣ ਕਰਕੇ ਨਹੀਂ ਕੀਤਾ ਕਿ ਉਹ ਆਪਣੇ ਸੀਨੀਅਰ ਪਾਸੇ ਕਰ ਦਿਓ। ਕੈਪਟਨ ਸਾਹਿਬ ਦੀ ਪਰਫਾਰਮੈਂਸ ਦੇ ਕਾਰਨ ਹੀ ਉਹਨਾਂ ਨੂੰ ਲਾਂਭੇ ਕੀਤਾ ਗਿਆ, ਸਿਰਫ ਏਜ ਜਾਂ ਸੀਨੀਅਰ ਕਰਕੇ ਨਹੀਂ ਕੀਤਾ ਗਿਆ। ਪਰਫਾਰਮੈਂਸ ਤੋਂ ਬੀਬੀ ਜੀ ਇੱਕ ਗੱਲ ਯਾਦ ਆ ਰਹੀ ਹੈ ਕਿ ਸੀਕ੍ਰੇਟ ਫੰਡਸ ਹੁੰਦੇ ਨੇ ਕੁਝ, ਉਹਨਾਂ ਨੂੰ ਲੈ ਕੇ ਕੁਝ ਗੜਬੜੀ ਦੇ ਇਲਜ਼ਾਮ ਨੇ ਜਿਹੜੇ ਲੱਗ ਰਹੇ ਨੇ। ਮੈਂ ਇੱਕ ਟੀਵੀ ਚੈਨਲ ਦਾ ਇੰਟਰਵਿਊ ਦੇਖ ਰਹੀ ਸੀ, ਨਾਮ ਵਿੱਚ ਤੁਹਾਡਾ ਵੀ ਆ ਰਿਹਾ, ਉਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇੱਕ ਬੜੀ ਦੁਖਦਾਇਕ ਗੱਲ ਹੈਗੀ ਹੈ ਇਹ। ਹਾਲਾਂਕਿ ਜੇ ਲੋਕ ਤਾਂ ਆਪ ਕਹਿੰਦੇ ਆ, ਇਹ ਮੈਂ ਨਹੀਂ ਕਹਿ ਰਹੀ। ਅੱਜ ਜੋ ਮੈਂ ਵੀ ਦੇਖਿਆ ਕਿ ਇੱਕ ਟੀਵੀ ਚੈਨਲ 'ਤੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਉਹਨਾਂ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਸੀਗੇ ਰਾਕੇਸ਼ ਅਹੀਰ, ਜਿਹੜੇ ਸਾਰੇ ਸਰਕਾਰੀ ਕੈਪਟਨ ਸਾਹਿਬ ਦੇ ਸੀਕ੍ਰੇਟ ਫੰਡ ਨੂੰ ਡੀਲ ਕਰਦੇ ਸੀ। ਅੱਜ ਉਹਨਾਂ ਨੇ 4 ਦਿਨ ਪਹਿਲਾਂ ਇੱਕ ਵਿਦ ਡਾਕੂਮੈਂਟਰੀ ਪ੍ਰੂਫ ਲੈ ਕੇ ਇੱਕ ਇਲਜ਼ਾਮ ਲਾਏ ਸੀ ਕੈਪਟਨ ਸਾਹਿਬ 'ਤੇ। ਕਿਉਂਕਿ ਜਦੋਂ ਮੈਂ ਦੇਖਦੀ ਸੀ ਮੇਰੇ 'ਤੇ ਬਣ ਰਹੇ ਸੀ, ਮੈਨੂੰ ਜ਼ਿਆਦਤੀਆਂ ਹੋ ਰਹੀਆਂ ਸੀ, ਉਹ ਤਾਂ ਮੈਂ ਕਹਿ ਰਹੀ ਸੀ, ਲੋਕ ਕਹਿੰਦੇ ਹੋਣਗੇ ਕਿ ਸਾਨੂੰ ਇਹ ਸੱਚ ਬੋਲਦੀ ਹੈ ਕਿ ਝੂਠ ਬੋਲਦੀ ਹੈ। ਲੇਕਿਨ ਅੱਜ ਖੁਦ ਸਰਕਾਰ ਦਾ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਦਾ ਪਾਰਟ ਸੀ, ਇੰਪੋਰਟੈਂਟ ਪਾਰਟ, ਅੱਜ ਉਹਨੇ ਉਹ ਸਬੂਤਾਂ ਨਾਲ ਦੱਸਤਾ ਕਿ ਮੇਰੇ ਖਿਲਾਫ ਕਿਸ ਤਰੀਕੇ ਨਾਲ ਸਾਜ਼ਿਸ਼ ਕਰਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਕਿ ਭੱਠਲ ਕਿਸੇ ਵਕਤ ਤਾਕਤ 'ਚ ਹੋ ਕੇ ਸਿਆਸਤ 'ਚ ਆ ਕੇ ਮੇਰੀ ਕੁਰਸੀ ਲਈ ਖਤਰਾ ਨਾ ਬਣ ਜਾਏ। ਔਰ ਮੈਨੂੰ ਦੁੱਖ ਅਫਸੋਸ ਇਸ ਗੱਲ ਦਾ ਹੈ ਕਿ ਕੈਪਟਨ ਸਾਹਿਬ ਸਾਡੀ ਪਾਰਟੀ 'ਚੋਂ ਚਲੇ ਗਏ ਸੀ। ਇਹਨਾਂ ਨੂੰ ਕੋਈ ਪਾਰਟੀ ਲੈਣ ਲਈ ਤਿਆਰ ਨਹੀਂ ਸੀ, ਇਹਨਾਂ ਦੀ ਪਾਰਟੀ ਫੇਲ ਹੋ ਗਈ ਸੀ। ਸਿਰਫ ਇਹਨਾਂ ਦੀ ਪਾਰਟੀ ਜਦੋਂ ਲੜੀ ਇਲੈਕਸ਼ਨ 2 ਬੰਦੇ ਜਿਤਾ ਕੇ ਲਿਆਏ ਸੀ, ਇਹਨਾਂ ਨੂੰ ਤਾਂ ਅਨਪੋਜ ਲਿਆਂਦਾ ਸੀ। ਕੈਪਟਨ ਸਾਹਿਬ ਦੀ ਜ਼ਮਾਨਤ 2 ਥਾਵਾਂ ਤੋਂ ਇਲੈਕਸ਼ਨ ਲੜੇ ਸੀ ਕੈਪਟਨ ਸਾਹਿਬ। ਇੱਕ ਥਾਂ ਤੋਂ ਇਹਨੇ ਜ਼ਮਾਨਤ ਜ਼ਬਤ ਹੋ ਗਈ ਸੀ, ਦੂਜੇ ਪਾਸੇ ਸਮਾਣੇ ਤੋਂ ਮੈਂ ਸਾਡੇ ਬਿਰਜਲਾਲ ਗੋਇਲ ਜੀ ਬਹੁਤ ਸੀਨੀਅਰ ਕਾਂਗਰਸੀ ਸੀ, ਮੈਨੂੰ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ, ਉਹਨਾਂ ਦੇ ਪੇਪਰ ਵਿਦਡਰਾ ਕਰਾ ਕੇ ਇਹਨਾਂ ਅਨਪੋਜ ਲਿਆਂਦਾ ਸੀ। ਸਾਰੇ ਪੰਜਾਬ 'ਚੋਂ 117 ਦੇ ਵਿੱਚੋਂ ਸਿਰਫ 2 ਬੰਦੇ ਜਿਤਾ ਕੇ ਲਿਆ ਸਕੇ ਸੀ, ਜਿਹੜੇ ਕਹਿੰਦੇ ਸੀ ਮੈਂ ਸਰਕਾਰ ਬਣਾਊਂਗਾ। ਫਿਰ ਇਹਨਾਂ ਕੋਲ ਕੋਈ ਰਸਤਾ ਨਹੀਂ ਸੀ ਰਹਿ ਗਿਆ। ਇਹਨਾਂ ਨੇ ਮੈਨੂੰ ਬਹੁਤ ਮੇਰੇ ਕੋਲ ਇਹਨਾਂ ਨੇ ਬਾਰ-ਬਾਰ ਮੀਟਿੰਗਾਂ ਕੀਤੀਆਂ, ਆਏ, ਰਿਕੁਐਸਟ ਕੀਤੀ, ਇੱਥੋਂ ਤੱਕ ਕਿ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਦੀ ਵਾਸਤਾ ਪਾਇਆ। ਲੇਕਿਨ ਮੈਨੂੰ ਬੜਾ ਭਾਰੀ ਦੁੱਖ ਹੈ ਕਿ 2002 ਦੇ ਵਿੱਚ ਇਹ ਸੀਐਮ ਬਣ ਗਏ, ਮੈਂ ਮਨਜ਼ੂਰ ਕਰ ਲਿਆ, ਅਤੇ ਉਹ ਸੀਐਮ ਬਣਨ ਸਾਰ ਪਹਿਲਾ ਕਹਾੜਾ ਜਿਹੜਾ ਚਲਾਇਆ ਮੇਰੇ 'ਤੇ ਚਲਾਇਆ ਅਹੀਰ ਸਾਹਿਬ ਦੀਆਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਉਹਨਾਂ ਨੇ ਕਿ ਭੱਠਲ ਨੂੰ ਉਲਝਾਓ ਕੇਸਾਂ ਦੇ ਵਿੱਚ, ਇਹਨੂੰ ਇਸ ਤਰ੍ਹਾਂ ਕਰਕੇ ਦੱਬ ਦਿਓ, ਇਹਨੂੰ ਖਤਮ ਕਰ ਦਿਓ, ਇਹਨੂੰ ਮੁਕਾ ਦਿਓ। ਹਰ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਚੱਲੀਆਂ ਜਾ ਸਕਦੀਆਂ ਉਹ ਚਾਲਾਂ ਚੱਲ ਕੇ ਇਹਨਾਂ ਨੇ ਮਿਸਯੂਜ਼ ਕੀਤਾ, ਜਿਹੜਾ ਇਹਦੀ ਸਟੇਟਮੈਂਟ ਦੇ ਮੁਤਾਬਕ ਹੈ 3 ਕਰੋੜ ਰੁਪਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੱਜਾਂ ਨੂੰ ਦਿੱਤਾ, ਵਕੀਲਾਂ ਨੂੰ ਦਿੱਤਾ, ਕਿਹੜੇ ਥਾਂ 'ਤੇ ਦਿੱਤਾ। ਉਹ ਤਾਂ ਅਹੀਰ ਸਾਹਿਬ ਕਹਿੰਦੇ ਮੈਂ ਤਾਂ ਫਿਰ ਵੀ ਨਹੀਂ ਕਿਹਾ ਕਿ ਆਪੇ ਇੱਕ ਦਿਨ ਸੱਚਾਈ ਆਊ ਸਾਹਮਣੇ ਆਊ। ਲੇਕਿਨ ਅੱਜ ਰੱਬ ਨੇ ਫੈਸਲਾ ਕੀਤਾ, ਮੇਰੇ ਜਿਉਂਦੀ ਇੱਕ ਸੱਚਾਈ ਸਾਹਮਣੇ ਲਿਆ ਕੇ ਦਿਖਾਈ ਹੈ ਕਿ ਮੇਰੇ ਨਾਲ ਕਿਵੇਂ ਧੱਕਾ ਹੁੰਦਾ ਰਿਹਾ। ਇੱਕ ਇਸ ਤਰ੍ਹਾਂ ਦੀ ਇਕੱਲੀ ਜਿਹੜੀ ਵਿਧਵਾ ਔਰਤ ਜਿਹਦੇ ਪਰਿਵਾਰ ਨੇ ਕੁਰਬਾਨੀਆਂ ਕੀਤੀਆਂ, ਹੁਣ
ਜਿਹਨੇ ਖੁਦ ਆਪਣੇ ਸੱਚਾਈ ਦੇ ਦਿਲ ਤੋਂ ਕੀਤੀ ਹੋਵੇ, ਆਪਣੀ ਪਾਰਟੀ ਦੀ ਸੇਵਾ ਕੀਤੀ ਹੋਵੇ, ਉਸ ਔਰਤ ਦੇ ਨਾਲ ਕਿੰਨੀਆਂ ਕੋਝੀਆਂ ਚਾਲਾਂ ਇੱਕ ਸਿਆਸੀ ਲਾਹਾ ਲੈਣ ਲਈ, ਸਿਆਸੀ ਤਾਕਤ ਕਾਇਮ ਰੱਖਣ ਲਈ ਉਹਦੇ ਤੇ ਕਿੰਨੇ ਹਮਲੇ ਕੀਤੇ ਗਏ ਹਰ ਤਰ੍ਹਾਂ ਦੇ। ਤੇ ਅੱਜ ਮੈਂ ਨਹੀਂ ਬੋਲੀ, ਉਹਨਾਂ ਦੇ ਆਪਣੇ ਡਿਪਟੀ ਪ੍ਰਿੰਸੀਪਲ ਸੈਕਟਰੀ ਬੋਲੇ ਨੇ, ਔਰ ਸਾਰੀ ਜਨਤਾ ਇਸ ਨੂੰ ਦੇਖ ਰਹੀ ਹੋਗੀ, ਔਰ ਜਨਤਾ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਇਸੇ ਕਾਰਨ ਕਰਕੇ ਮੇਰੀ ਜਗੀਰਦਾਰਾਂ ਤੇ ਰਜਵਾੜਿਆਂ ਨਾਲ ਲੜਾਈ ਰਹਿੰਦੀ ਸੀ ਕਿ ਇਹ ਲੋਕ ਸਿਰਫ ਤੇ ਸਿਰਫ ਆਪਣੇ ਤੇ ਆਪਣੇ ਪਰਿਵਾਰਾਂ ਤੇ ਸੱਤਾ ਦੇ ਭੁੱਖੇ ਹੁੰਦੇ ਨੇ। ਇਹਨਾਂ ਨੇ ਦੇਸ਼ਾਂ ਦੇ ਨਾਲ ਜਦੋਂ ਹੋਇਆ, ਕਿਸ ਤਰੀਕੇ ਨਾਲ ਆਪਣੇ ਦੇਸ਼ਾਂ ਨਾਲ ਗਦਾਰੀਆਂ, ਕਿਸ ਤਰੀਕੇ ਨਾਲ ਪਾਰਟੀ ਨਾਲ ਗਦਾਰੀਆਂ, ਸਿਰਫ ਆਪਣੇ ਆਪ ਨੂੰ ਰੱਖਣ ਵਾਸਤੇ, ਕਿਸ ਤਰੀਕੇ ਨਾਲ ਜਿਨ੍ਹਾਂ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਅੱਗੇ ਲਿਆਂਦਾ ਉਹਨਾਂ ਦਾ ਵਿਸ਼ਵਾਸਘਾਤ ਕੀਤਾ। ਆਪ ਇੱਕ ਵਾਰ ਫਿਰ ਤੁਹਾਡੇ ਹਲਕੇ ਤੇ ਆ ਜਾਂਦੇ ਆ। ਤੁਸੀਂ ਆਪਣੀ ਇੰਟਰਵਿਊ ਦੀ ਸ਼ੁਰੂਆਤ ਵਿੱਚ ਕਿਹਾ ਕਿ ਤੁਸੀਂ ਚੰਨੀ ਸਾਹਿਬ ਨੂੰ ਚਿੱਠੀ ਲਿਖੀ, ਤੁਸੀਂ ਇਸ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੇ ਹੋ ਲਹਿਰਾਗਾਗਾ ਨੂੰ। ਇਹ ਕੰਮ ਉਦੋਂ ਨਹੀਂ ਸੀ ਹੋ ਜਾਣਾ ਚਾਹੀਦਾ ਮੈਡਮ ਜਦੋਂ ਤੁਸੀਂ ਖੁਦ ਸੀਐਮ ਸੀ? ਅਸੀਂ ਉਸ ਵੇਲੇ ਕੋਈ ਵੀ ਜ਼ਿਲ੍ਹਾ ਨਹੀਂ ਬਣਾਇਆ ਜੀ। ਬਣਾਉਣ ਲੱਗਦੇ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਸੀ, ਕਮੇਟੀ ਬਣਨੀ ਚਾਹੀਦੀ ਸੀ, ਪ੍ਰੋਸੈਸ ਹੋਣਾ ਚਾਹੀਦਾ ਸੀ, ਨੀਚੋਂ ਪੰਜਾਬ 'ਚੋਂ ਅੰਕੜੇ ਆਉਣੇ ਚਾਹੀਦੇ ਸੀ ਜਿਹੜੇ ਨਹੀਂ ਸੀਗੇ। ਮੇਰੇ ਸਾਹਮਣੇ ਉਸ ਵਕਤ ਜਿਹੜੇ ਪਹਿਲਾਂ ਪ੍ਰਾਇੋਰਟੀ ਸੀਗੀਆਂ ਕਿ ਸਾਨੂੰ ਕਿਹਾ ਜਾਂਦਾ ਕਿ ਇਹ ਲਹਿਰਾਗਾਗਾ ਅਨਪੜ੍ਹਾਂ ਦਾ ਹਲਕਾ ਹੈ। ਮੈਂ ਇੱਥੇ ਕਾਲਜ ਲਿਆ ਕੇ ਸਿੱਟੇ, ਅੰਡਰਗਰਾਊਂਡ ਸਾਡੇ ਪਾਣੀ ਨਹੀਂ ਲੱਗਦੇ, ਅੰਡਰਗਰਾਊਂਡ ਪਾਈਪਾਂ ਲਿਆ ਕੇ ਸਿੱਟੀਆਂ। ਪਿੰਡਾਂ ਨੂੰ, ਸਾਡਿਆਂ ਨੂੰ, ਖੇਤਾਂ ਨੂੰ, ਜੋ 2 ਪਿੰਡ ਹੈ ਮਹਾਂ ਸਿੰਘ ਵਾਲਾ, ਗੇਲਾ, ਜਿਨ੍ਹਾਂ ਨੂੰ ਕਿਸੇ ਵੀ ਲੈਵਲ ਤੇ ਪਾਣੀ ਲੱਗ ਨਹੀਂ ਸਕਦਾ ਸੀ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਦੇ ਪਾਣੀ ਨਹੀਂ ਸੀਗਾ ਉਹਨਾਂ ਦੇ, ਮੈਂ ਉਹ ਭਾਖੜਾ ਦੀ ਮੈਨੇਜਮੈਂਟ ਵਿੱਚੋਂ ਪਾਣੀ ਲਿਆ ਕੇ ਦਿੱਤਾ। ਮੈਂ ਇੱਥੇ ਇੰਜੀਨੀਅਰਿੰਗ ਕਾਲਜ ਬਣਾਇਆ। ਅੱਜ ਮੈਂ ਦੱਸਿਆ ਹੈਗਾ ਕਿ ਵੱਡੇ ਵੱਡੇ ਪ੍ਰੋਜੈਕਟ ਕੀਤੇ। ਉਸ ਵਕਤ ਸਬ ਡਿਵੀਜ਼ਨਾਂ ਬਣਾਈਆਂ, ਮੂਨਕ ਬਣਾਈ। ਉਹ ਸਬ ਡਿਵੀਜ਼ਨਾਂ ਬਣਾਉਣ ਦਾ ਮੰਤਵ ਵੀ ਇਹ ਸੀਗਾ ਕਿ ਜਿਹੜਾ ਇੱਕ ਜ਼ਿਲ੍ਹਾ ਬਣਦਾ ਹੈ ਉਹਦੀਆਂ ਫਾਰਮੈਲਿਟੀਜ਼ ਕੀ ਹੁੰਦੀਆਂ, ਉਹਦੇ ਨਾਲ 2-3 ਸਬ ਡਿਵੀਜ਼ਨਾਂ ਹੋਣੀਆਂ ਚਾਹੀਦੀਆਂ। ਮੈਂ ਇਹੀ ਸੋਚ ਕੇ ਕਿ ਜਿੱਥੇ ਮੈਂ ਜ਼ਿਲ੍ਹਾ ਬਣਾਉਣਾ ਉੱਥੇ ਤਾਂ ਆਟੋਮੈਟਿਕਲੀ ਇੱਕ ਸਬ ਡਿਵੀਜ਼ਨ ਆ ਜਾਣੀ ਹੈ। ਜਿਵੇਂ ਲਹਿਰੇ ਨੂੰ ਜ਼ਿਲ੍ਹਾ ਬਣਾਉਣਾ ਹੈ ਤਾਂ ਉਹ ਜ਼ਿਲ੍ਹੇ ਦੇ ਬਣਨ ਦੇ ਨਾਲ ਆਟੋਮੈਟਿਕਲੀ ਕੁਦਰਤੀ ਉਹ ਸਬ ਡਿਵੀਜ਼ਨ ਬਣਨੀ ਹੈਗੀ ਹੈ। ਇਸ ਲਈ ਮੈਂ ਮੂਨਕ ਬਣਵਾਈ ਕਿ ਸਾਡੇ ਮੂਨਕ ਹੈ ਜਾਂ ਸਾਡਾ ਪਾਤੜਾਂ ਜਾਂ ਸਾਡੀ ਨਾਲ ਦਾ ਏਰੀਆ ਪੈ ਗਿਆ ਬਲਾਡਾ, ਇੱਧਰਲੀ ਜਾਂ ਬਰੇਟਾ, ਇਹ ਇੱਕ ਸਬ ਡਿਵੀਜ਼ਨ ਹੋ ਕੇ 2 ਸਬ ਡਿਵੀਜ਼ਨਾਂ ਦੇ ਮੁਤਾਬਕ ਸਾਡਾ ਜ਼ਿਲ੍ਹਾ ਬਣ ਸਕਦਾ ਹੈ। ਮੂਨਕ ਬਣਾਤੀ, ਲਹਿਰਾ ਜੋ ਜ਼ਿਲ੍ਹਾ ਬਣੂ ਨਾਲ ਦੀ ਨਾਲ ਬਣਨਾ ਹੈਗਾ। ਪਰ 83 ਦਿਨਾਂ ਦੇ ਵਿੱਚ ਤਾਂ ਮੇਰੇ ਸਾਹਮਣੇ ਇੱਕ ਏਜੰਡਾ ਸੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਪਾਰਟੀ ਜਿਤਾਉਣਾ ਹੈ। ਕਿੰਨੇ ਫੈਸਲੇ ਲਏ ਮੈਂ? 52 ਫੈਸਲੇ ਸ਼ਾਇਦ ਹੀ 80 ਜਾਂ 83 ਦਿਨਾਂ ਦੇ ਵਿੱਚ ਕਿਸੇ ਵੀ ਪਾਰਟੀ ਦੇ ਲੀਡਰ ਨੇ ਹਿੰਦੁਸਤਾਨ ਭਰ 'ਚ, ਮੈਂ ਚੈਲੰਜ ਕਰਦੀਆਂ ਜੇ ਕਿਸੇ ਨੇ ਲਏ ਹੋਣ। ਮੇਰੇ ਸਾਹਮਣੇ ਉਦੋਂ ਇਹ ਸੀ ਕਿ ਮੈਂ ਕਿਸਾਨਾਂ ਨੂੰ ਜਿਹੜੇ 7 ਫੈਸਲੇ ਲਏ ਨੇ, ਇਹਨਾਂ ਦਾ ਦਰਮਿਆਨਾ ਕਿਸਾਨ ਤੇ ਛੋਟੇ ਕਿਸਾਨ ਦਾ 5 ਏਕੜ ਤੱਕ ਤੇ 7 ਏਕੜ ਤੱਕ ਦੇ ਕਿਸਾਨ ਦਾ ਅਸੀਂ ਉਸ ਵਕਤ ਪਾਣੀ ਦੇ ਬਿੱਲਾਂ 'ਚੋਂ ਮਾਫੀ ਦੇਣੀ, ਉਹ ਮੇਰੇ ਸਾਹਮਣੇ ਕੰਮ ਸੀਗਾ। ਅਸੀਂ 5 ਏਕੜ ਤੋਂ ਥੱਲੇ ਵਾਲਿਆਂ ਨੂੰ ਕਿ ਜਿਹੜੀ ਸਾਡੀ ਨੈਚੁਰਲ ਕਲੈਮਿਟੀ ਨਾਲ ਫਸਲਾਂ ਬਰਬਾਦ ਹੋ ਜਾਂਦੀਆਂ, ਮੁਆਵਜ਼ਾ ਪੂਰਾ ਨਹੀਂ ਮਿਲਦਾ, ਉਹਦੀ ਇੰਸ਼ੋਰੈਂਸ ਸਕੀਮ ਲੈ ਕੇ ਆਉਣੀ। ਸਾਡੀਆਂ ਜ਼ਮੀਨਾਂ ਕਈ ਵਾਰੀ ਚੰਗੀਆਂ ਭਲੀਆਂ ਅਕਵਾਇਰ ਕਰ ਲੈਂਦੇ ਨੇ, ਉਹਨਾਂ ਨੂੰ ਅਸੀਂ ਆਪਣਾ ਐਗਰੀਕਲਚਰ ਜਿਹੜੇ ਹੈਗੇ ਬੋਰਡ ਬਣਾ ਕੇ ਦੇਣੇ। ਮੈਂ ਉਸ ਵਕਤ ਕਿਸਾਨਾਂ ਲਈ, ਔਰਤਾਂ ਲਈ, ਜਿਹੜੇ ਅੱਜ ਸਰਕਾਰਾਂ ਕਰ ਰਹੀਆਂ ਕਿ ਗ੍ਰੈਜੂਏਸ਼ਨ ਤੱਕ ਔਰਤਾਂ ਨੂੰ ਫ੍ਰੀ ਹੋਣੀ ਚਾਹੀਦੀ ਹੈ ਐਜੂਕੇਸ਼ਨ, ਮੈਂ ਉਦੋਂ ਕੀਤੀ। ਫ੍ਰੀ ਬੱਸਾਂ ਦੇ ਪਾਸ ਜਿਹੜੇ ਅੱਜ ਕੇਜਰੀਵਾਲ ਜੀ ਕਹਿ ਰਹੇ ਮੈਂ ਉਦੋਂ ਦਿੱਤੇ। ਮੈਂ ਉਸ ਵੇਲੇ ਸਾਰੇ ਵਰਗਾਂ ਦਾ, ਔਰਤਾਂ, ਦਲਿਤ, ਨੌਜਵਾਨ, ਗਰੀਬ, ਕਿਸਾਨ, ਵਪਾਰੀ, ਇਹਨਾਂ ਲਈ 52 ਫੈਸਲੇ ਲੈਣਾ ਮੇਰੇ ਸਾਹਮਣੇ ਪ੍ਰਾਇੋਰਟੀ ਸੀ। ਪੰਜਾਬ ਸਾਹਮਣੇ 7 ਵੱਡੇ ਪੁਲ ਬਣਾਏ ਆ ਮੈਂ, ਜਿਹੜਾ ਇੱਕ ਬਣਾਉਣਾ ਸੂਏ ਕੱਸੀ ਦਾ ਛੋਟਾ ਔਖਾ ਹੋ ਜਾਂਦਾ ਹੈ। ਮੈਂ ਵੱਡੇ ਜਿਵੇਂ ਘੱਗਰਾਂ ਦੇ ਵੱਡੇ ਪੁਲ 7 ਬਣਾਏ। ਉਹ ਕਿਹੜੇ ਸੀ ਕਿ ਪਿੰਡ ਇੱਧਰ ਹੈ ਤੇ ਜ਼ਮੀਨ ਉੱਧਰ ਹੈ, ਔਰਤਾਂ ਵਿੱਚੋਂ ਦੀ ਪਾਣੀ ਦੇ ਜਾਂਦੀਆਂ ਸੀ ਨਿਕਲ ਕੇ। ਇਸ ਤਰ੍ਹਾਂ ਦੀਆਂ ਗੱਲਾਂ ਮੈਂ ਬੇਸਿਕ ਜਿਹੜੀਆਂ ਨੀਡਸ ਸੀਗੀਆਂ ਜ਼ਿਲ੍ਹਾ ਬਣਨ ਵਾਸਤੇ ਹੋਣੀਆਂ ਚਾਹੀਦੀਆਂ, ਉਹ ਮੈਂ ਪੂਰੀਆਂ ਕਰ ਲਈਆਂ। ਪਰ ਬਦਕਿਸਮਤੀ ਕਿ ਜਦੋਂ ਪੂਰੀਆਂ ਕਰ ਲਈਆਂ ਤੇ ਜ਼ਿਲ੍ਹਾ ਬਣਨ ਦੀ ਵਾਰੀ ਆਈ, ਉਦੋਂ ਮੈਂ ਨਹੀਂ ਆਈ ਤੇ ਮੇਰਾ ਜ਼ਿਲ੍ਹਾ ਨਹੀਂ ਆਇਆ। ਇਹੀ ਮੇਰਾ, ਜਿਹੜੀ ਤੁਸੀਂ ਪੁੱਛਿਆ ਕੀ ਰਹੀ ਖਾਸ, ਬਾਕੀ ਇਹੀ ਰਹਿੰਦੀ ਹੈ। ਤੇ ਇੱਕ ਚੀਜ਼ ਹੋਰ, ਤੁਹਾਡੇ ਇੱਥੇ ਪਿੰਡ ਭੁੱਲਰ ਹੈ, ਉੱਥੋਂ ਦੇ ਲੋਕ ਪਿਛਲੇ ਕਰੀਬ 25 ਸਾਲਾਂ ਤੋਂ ਭਾਖੜਾ ਤੋਂ ਪਾਣੀ ਭਰ ਕੇ ਪੀਂਦੇ ਹੈ। ਪਾਣੀ ਤੱਕ ਦੀ ਫੈਸਿਲਿਟੀ ਨਹੀਂ ਲੋਕਾਂ ਨੂੰ। ਨਹੀਂ, ਇਹ ਨਹੀਂ ਹੈ। ਉਹ ਭੂਲਣ ਪਿੰਡ ਹੈਗਾ। ਭੂਲਣ ਪਿੰਡ ਦੇ ਵਿੱਚ ਜਦੋਂ ਮੈਂ ਆਈ ਹਾਂ, ਇੱਕ ਸੜਕ ਵੀ ਨਹੀਂ ਸੀ, ਕੋਈ ਪਾਣੀ ਵੀ ਨਹੀਂ ਸੀ, ਪਸ਼ੂਆਂ ਨੂੰ ਪਾਣੀ ਵੀ ਨਹੀਂ ਸੀ ਜਾਂਦਾ। ਲੇਕਿਨ ਉੱਥੇ ਮੈਂ ਉਸ ਪਿੰਡ ਦੇ ਉੱਪਰ 1.5 ਕਰੋੜ ਰੁਪਇਆ ਖਰਚ ਕੀਤਾ ਹੈ। 1.5 ਕਰੋੜ ਰੁਪਇਆ ਖਰਚ ਕਰਕੇ ਹੁਣ ਵੀ ਅਸੀਂ ਜਿਹੜਾ ਹੈਗਾ ਉੱਥੇ ਪੀਣ ਵਾਲਾ ਪਾਣੀ ਹੈ ਜਿਹੜਾ, ਬੇਸ਼ੱਕ ਅਜੇ ਕਿਉਂਕਿ ਆਬਾਦੀ ਜਿਹੜੀ ਵੱਧ ਗਈ, ਇਹ ਨਹੀਂ ਕਿ ਸਾਰੇ ਪਿੰਡ ਨੂੰ ਪਾਣੀ ਨਹੀਂ ਹੈਗਾ, ਸਾਰਾ ਪਿੰਡ ਨੂੰ ਪਾਣੀ ਹੈ। 75% ਪਿੰਡ ਨੂੰ ਪਾਣੀ ਉੱਥੇ ਮਿਲਦਾ ਆਲਰੇਡੀ, ਪਹਿਲਾਂ ਹੀ ਮਿਲਦਾ ਸੀਗਾ। ਲੇਕਿਨ ਆਬਾਦੀ ਵਧਣ ਨਾਲ ਕੁਛ ਆਬਾਦੀਆਂ ਪਿੰਡ ਤੋਂ ਬਾਹਰ ਆ ਗਈਆਂ। ਉੱਥੇ ਇਹ ਪਾਣੀ ਦੀਆਂ ਜਿਹੜਾ ਨਵਾਂ ਸਿਸਟਮ ਬਣਨਾ ਸੀਗਾ ਉਹਦੇ ਮੁਤਾਬਕ ਨਹੀਂ ਬਣ ਸਕਿਆ। ਹੁਣ ਫਿਰ ਅਸੀਂ 30 ਲੱਖ ਰੁਪਇਆ ਮੈਂ ਹੁਣ ਕੱਢ ਕੇ ਫਿਰ ਦਿੱਤਾ ਕਿ ਉੱਥੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ। ਮੇਰੇ ਨਾਲ ਵਿਤਕਰਾ ਹੁੰਦਾ ਰਿਹਾ, ਜਿੱਥੇ ਮੇਰੇ ਹਲਕੇ ਨਾਲ ਵਿਤਕਰਾ ਹੁੰਦਾ ਰਿਹਾ, ਮੇਰੇ ਨਾਲ ਵਿਤਕਰਾ ਹੁੰਦਾ ਰਿਹਾ ਕਿ ਇਸ ਹਲਕੇ 'ਚ ਪੈਸਾ ਨਹੀਂ ਦੇਣਾ। ਤੁਸੀਂ ਸੋਚੋ ਕਿ ਹੁਣ 3 ਮਹੀਨੇ ਰਹਿ ਗਏ, 4 ਮਹੀਨੇ, 4.5 ਸਾਲ ਦੇ ਵਿੱਚ ਇਸ ਤੋਂ ਪਹਿਲੀ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ ਨੇ ਸਾਰੇ ਪੰਜਾਬ ਦੇ ਹਲਕਿਆਂ ਨੂੰ ਪੈਸਾ ਦੇਤਾ। ਮੇਰੀ ਲਹਿਰਾਗਾਗੇ ਨੂੰ ਕੋਈ ਧੇਲਾ ਸੂਬੇ ਦੀ ਸਰਕਾਰ ਦੇ ਵਿੱਚੋਂ ਨਹੀਂ ਦਿੱਤਾ ਗਿਆ। ਪੈਸਾ ਵਿਕਾਸ ਪੈਸੇ ਨਾਲ ਹੀ ਹੋਣਾ ਨਾ, ਕਿਹਦੇ ਨਾਲ, ਸਾਜ਼ਿਸ਼ਾਂ ਨਾਲ, ਕਿਹਨੂੰ ਜਾਣ ਕੇ, ਕਿਹੜੀ ਪਾਰਟੀ ਦੇ ਲੋਕਾਂ ਨੂੰ ਕਿ ਉਹਨਾਂ ਦੀ ਪਾਵਰ ਅੱਛੀ ਬਣੇ, ਮੇਰੀ ਨਿਖੇਧੀ ਹੋਵੇ,
ਮੈਨੂੰ ਨੀਵਾਂ ਦਿਖਾਇਆ ਜਾਵੇ, ਇਸ ਕਾਰਨਾਂ ਕਰਕੇ ਮੈਨੂੰ ਨਹੀਂ ਦਿੱਤਾ। ਅੱਜ ਮੈਨੂੰ ਮਿਲਿਆ ਹੈਗਾ। ਅੱਜ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਲੋਕ ਆ, ਕੋਈ 50 ਕਰੋੜ ਲੈ ਗਿਆ, ਕੋਈ 100 ਦੇ ਨੇੜੇ ਲੈ ਗਿਆ ਕਰੋੜ, ਕੋਈ 200 ਕਰੋੜ ਲੈ ਗਿਆ, ਤੇ ਮੈਨੂੰ ਸਿਰਫ 7 ਕਰੋੜ ਤੇ 15 ਕਰੋੜ ਹੁਣ ਮਿਲਿਆ 10 ਦਿਨ ਪਹਿਲਾਂ ਆ ਕੇ, ਜਦੋਂ ਕਿ ਚੋਣ ਜਾਬਤਾ ਲੱਗਣ ਵਾਲਾ ਹੈ। ਉਸ ਪੈਸੇ ਨੂੰ ਖਰਚਣ ਦਾ ਕਿੰਨਾ ਪ੍ਰੋਸੈਸ, ਕਿੰਨਾ ਟਾਈਮ, ਕਿੰਨੇ ਪ੍ਰੋਸੀਜਰ ਹੁੰਦੇ ਨੇ, ਅਸੀਂ ਦਿਨ ਰਾਤ ਉਸ ਵਿੱਚ ਲੱਗੇ ਹੋਏ ਹਾਂ। ਆਪਾਂ ਬੀਬੀ ਜੀ ਹੁਣ ਹਲਕੇ ਤੋਂ ਬਿਨਾ 2-4 ਸਵਾਲ ਮੇਰੇ ਪੰਜਾਬ ਨੂੰ ਲੈ ਕੇ ਵੀ ਹੈ। ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਕੇਂਦਰ ਕਦੇ ਵੀ ਚੰਡੀਗੜ੍ਹ ਪੰਜਾਬ ਨੂੰ ਦੇ ਸਕਦਾ ਹੈ। ਇਹ ਰਾਜੀਵ ਲੌਂਗੋਵਾਲ ਸਮਝੌਤੇ ਦੀ ਮੱਦ ਵੀ ਸੀ ਕਿ ਇਹ ਉਦੋਂ ਨਹੀਂ ਸੀ ਹੋ ਜਾਣਾ ਚਾਹੀਦਾ ਜੇ ਹੁਣ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਂਦਾ ਤੇ? ਇਤਫਾਕ ਦੀ ਗੱਲ ਹੈ, ਰਾਜੀਵ ਜੀ ਉਦੋਂ ਪ੍ਰਾਈਮ ਮਿਨਿਸਟਰ ਸੀ ਤੇ ਮੈਂ ਵੀ ਦਿੱਲੀ ਗਈ ਹੋਈ ਸੀ। ਇਹ ਜਿਹੜਾ ਅਕੋਰਡ ਹੋਇਆ ਜਿਹਦੇ ਵਿੱਚ ਸੰਤ ਲੌਂਗੋਵਾਲ, ਸਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਜੀ ਉਸ ਵਕਤ ਦੇ ਸਾਬਕਾ ਖਜ਼ਾਨਾ ਮੰਤਰੀ ਸੀ ਅਕਾਲੀ ਦਲ ਦੇ, ਇਹ ਸਾਰੇ ਲੀਡਰ ਗਏ ਸੀ ਰਾਜੀਵ ਜੀ ਨਾਲ ਮੁਲਾਕਾਤ ਕਰਨ ਵਾਸਤੇ ਜਾ ਰਹੇ ਸੀ। ਲੇਕਿਨ ਇਹਨਾਂ ਦੀ ਮੀਟਿੰਗ ਤੋਂ ਪਹਿਲਾਂ ਮੇਰੀ ਮੀਟਿੰਗ ਸੀ ਰਾਜੀਵ ਜੀ ਦੇ ਨਾਲ। ਉੱਥੇ ਮੈਂ ਰਾਜੀਵ ਜੀ ਨੂੰ ਇਹੀ ਰਿਕੁਐਸਟ ਕੀਤੀ ਕਿ ਪੰਜਾਬ ਬਾਰਡਰ ਸਟੇਟ ਵੀ ਹੈ, ਪੰਜਾਬ ਸਿੱਖ ਸਟੇਟ ਵੀ ਹੈ, ਪੰਜਾਬ ਹਮੇਸ਼ਾ ਦੇਸ਼ ਦੀਆਂ ਆਜ਼ਾਦੀਆਂ 'ਚ ਪਹਿਲੇ ਨੰਬਰ 'ਤੇ ਰਹੀਏ, ਸਾਰੇ ਹੋਰ ਵੀ ਰਹੇ ਨੇ ਪਰ ਸਾਡੇ ਪਹਿਲੇ ਨੰਬਰ 'ਤੇ ਰਹੇ ਹਾਂ ਅਸੀਂ। ਅਤੇ ਸਾਨੂੰ ਤੁਸੀਂ ਅੱਜ ਆਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਹਿ ਰਹੇ ਹੋ ਕਿ ਇਹ ਸਾਨੂੰ ਚੰਡੀਗੜ੍ਹ ਵੀ, ਸਾਨੂੰ ਜਿਹੜੇ ਹੋਰ ਫੈਸਲੇ ਹੈਗੇ ਨੇ ਪੰਜਾਬ ਦੇ ਹਿੱਤ 'ਚ ਪੰਜਾਬ ਨੂੰ ਮਜ਼ਬੂਤ ਕਰਨ ਲਈ, ਕਿਰਪਾ ਕਰਕੇ ਰਾਜੀਵ ਜੀ ਮੈਂ ਇੱਕ ਰਿਕੁਐਸਟ ਕਰਨ ਆਈ ਹਾਂ ਕਿ ਸਾਨੂੰ ਸਾਰਾ ਮੰਗ ਸਾਡੇ ਜਿਹੜੇ ਲੈ ਕੇ ਆਉਣਗੇ। ਉਹਨਾਂ ਨੇ ਕਿਹਾ आज जो भी अकाली दल का डेलीगेशन मेरे पास लेकर आएगा, मैंने अपनी कलम तैयार कर रखी है, मैं वो मानूंगा। ਇੱਕ ਚੀਜ਼ ਹੋਰ 2015 ਤੋਂ ਚਰਚਾ ਦੇ ਵਿੱਚ ਹੈ, ਬੇਅਦਬੀ ਕਾਂਡ। ਬੇਅਦਬੀ ਹੁੰਦੀ ਹੈ ਉਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਸੂਬੇ ਦੇ ਵਿੱਚ। ਕਾਂਗਰਸ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਦ ਉਸ ਵੇਲੇ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ। ਹੁਣ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਹੁੰਦੀ ਹੈ। ਹੁਣ ਅਸਤੀਫੇ ਦੀ ਮੰਗ ਕਿਉਂ ਨਹੀਂ ਕੀਤੀ ਜਾਂਦੀ? ਦੇਖੋ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਇੱਕ ਅਤਿਅੰਤ ਦੁਖਦਾਇਕ ਗੱਲ ਹੈਗੀ ਹੈ। ਜਿਸ ਤਰੀਕੇ ਨਾਲ ਮੈਂ ਵੀ ਦੇਖਿਆ ਹੋ ਕਿ ਉਹ ਇਹ ਨਹੀਂ ਕਿ ਇਨੋਸੈਂਟਲੀ ਆਇਆ, ਉਹ ਬੜੇ ਪਲੈਨਡ ਤਰੀਕੇ ਨਾਲ ਜੰਪ ਕਰਕੇ ਜਾਣਾ, ਸਾਰਾ ਕੁਝ ਜੋ ਐਕਸ਼ਨ ਦੇਖਿਆ ਹੈਗਾ। ਤੇ ਮੈਂ ਤਾਂ ਆਪ ਸਮਝਦੀ ਹਾਂ ਕਿ ਇਹਦਾ ਜੇ ਹੁੰਦਾ ਤਾਂ ਉਹ ਜਿਉਂਦਾ ਜਾਗਦਾ ਤਾਂ ਉੱਥੋਂ ਪਤਾ ਲੱਗ ਜਾਂਦਾ ਪਿੱਛੇ ਕੌਣ ਹੈਗਾ। ਲੇਕਿਨ ਚਲੋ ਉਹ ਕਿਉਂਕਿ ਸਾਡੇ ਉਸ ਥਾਂ 'ਤੇ ਦਰਬਾਰ ਸਾਹਿਬ ਦੇ ਵਿੱਚ ਹੀ ਜੋ ਸਿੱਧਾ ਅਟੈਕ ਕਰਤਾ, ਉਹ ਮੌਕੇ ਦੀ ਗੱਲ ਹੁੰਦੀ ਹੈ। ਹਰ ਇੱਕ ਨੂੰ ਗੁੱਸਾ ਉਸ ਤਰ੍ਹਾਂ ਆਉਂਦਾ ਹੈਗਾ। ਉਹ ਉੱਥੇ ਮਾਰਿਆ ਗਿਆ। ਉਹ ਮੁੜ ਕੇ ਇੱਕ ਦੋ ਹੋਰ ਘਟਨਾਵਾਂ ਹੋਈਆਂ। ਕਦੇ ਵੀ ਮੈਂ ਸਮਝਦੀ ਹਾਂ ਕਿ 20-25 ਸਾਲ ਤੋਂ ਪਹਿਲਾਂ ਕੋਈ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਨਹੀਂ ਸੀ ਮਿਲਦੀਆਂ। ਧਾਰਮਿਕ ਲੋਕ ਸੀ, ਸਾਰੇ ਧਰਮਾਂ ਦਾ ਸਤਿਕਾਰ ਸਾਨੂੰ ਸਾਡੇ ਸੰਵਿਧਾਨ ਨੇ ਦੱਸਿਆ ਸੀ ਕਰਦੇ ਸੀਗੇ, ਅਤੇ ਸਾਡੇ 'ਚ ਕੋਈ ਐਸਾ ਭਾਈਚਾਰਕ ਫੁੱਟ ਜਾ ਹੈ ਨਹੀਂ ਸੀ। ਲੇਕਿਨ ਸਾਡੇ ਧਾਰਮਿਕ ਅਸਥਾਨ ਸਿਆਸਤ ਦੀ ਭੇਟ ਚੜ੍ਹਾਏ ਗਏ ਨੇ। ਸਿਆਸੀ ਲੋਕ ਐਡੀ ਕੋਝੀ ਹਰਕਤ ਦੇ ਲੈਵਲ 'ਤੇ ਆ ਗਏ ਹੈ ਕਿ ਅਸੀਂ ਆਪਣੀ ਕੁਰਸੀ ਹਾਸਲ ਕਰਨ ਵਾਸਤੇ, ਜਿੱਥੇ ਅਸੀਂ ਮੈਂ ਦੱਸਿਆ ਨਾ ਕਿ ਆ ਡਿਵੈਲਪਮੈਂਟ ਦੇ ਜਾਂ ਪੰਜਾਬ ਦੇ ਛੋਟਾ ਪੰਜਾਬ ਵੱਡਾ ਪੰਜਾਬ ਕਰਨ ਵਾਸਤੇ ਇਹ ਚੀਜ਼ਾਂ ਕੀਤੀਆਂ, ਜਿੱਥੇ ਅਸੀਂ ਸੱਚੇ ਸਹੀ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ ਸਿਆਸਤ ਦੀ ਕੁਰਸੀ ਮੇਰੇ ਕੋਲੇ ਆ ਜਾਵੇ, ਉਹਨਾਂ ਨੂੰ ਅਸੀਂ ਝੂਠੇ ਦੋਸ਼ਾਂ ਵਿੱਚ ਮੜ ਕੇ ਸਰਕਾਰੀ ਪੈਸੇ ਮਿਸਯੂਜ਼ ਕਰਦੇ ਹਾਂ। ਉੱਥੇ ਹੁਣ ਧਰਮ ਨੂੰ ਵੀ ਨਹੀਂ ਬਖਸ਼ਿਆ। ਬੀਬੀ ਜੀ, ਇਹ ਸਟੇਟਮੈਂਟ ਹੋ ਗਈ, ਮੇਰਾ ਸਵਾਲ ਦਾ ਜਵਾਬ ਨਹੀਂ ਹੋਇਆ। ਮੇਰਾ ਸਵਾਲ ਸੀ ਕਿ ਉਦੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ। ਅੱਜ ਵੀ ਬੇਅਦਬੀਆਂ ਰੁਕੀਆਂ ਨਹੀਂ। ਅੱਜ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ ਹੈ। ਇਸ ਵੇਲੇ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਤੇ ਚੰਨੀ ਸਾਹਿਬ ਮੁੱਖ ਮੰਤਰੀ ਨੇ। ਹੁਣ ਉਹਨਾਂ ਦੇ ਅਸਤੀਫੇ ਦੀ ਮੰਗ ਕਾਂਗਰਸ ਕਿਉਂ ਨਹੀਂ ਕਰ ਰਹੀ? ਨਹੀਂ, ਕਾਰਨ ਇਹ ਸੀਗਾ ਅਸਤੀਫੇ ਦੀ ਮੰਗ ਉਦੋਂ ਇਸ ਕਰਕੇ ਹੋਈ ਸੀ ਕਿ 1.5 ਸਾਲ ਵਿੱਚ ਤੁਸੀਂ ਕਿਉਂ ਨਹੀਂ ਇਨਕੁਆਇਰੀ ਸਿਰੇ ਚਾੜ੍ਹੀ। ਅੱਜ ਤਾਂ ਹੁਣ ਵਾਪਰਿਆ ਹੈ ਅਤੇ ਉੱਥੇ ਸਾਡੇ ਕਿਹਾ ਮੁੱਖ ਮੰਤਰੀ ਨੇ ਕਿ ਅਸੀਂ ਫੇਰ ਇਨਕੁਆਇਰੀ ਕਰਾਵਾਂਗੇ। ਅਸੀਂ ਸਿਰਫ ਇਹੀ ਨਹੀਂ ਹੈਗਾ ਕਿ ਬੇਅਦਬੀ ਕਰ ਦਿਓ ਅਤੇ ਨਾਲ ਅਸਤੀਫਾ ਮੰਗ ਲਓ। ਅਸੀਂ ਇਹ ਕਹਿੰਦੇ ਹਾਂ ਕਿ ਬੇਅਦਬੀ ਜਿਹੜੀ ਹੋਈ ਹੈ ਉਹਦੇ ਵਿੱਚ ਸਰਕਾਰ ਨੇ ਕੀ ਆਪਣਾ ਸਹੀ ਰੋਲ ਪੂਰਾ ਕੀਤਾ ਕਿ ਨਹੀਂ ਕੀਤਾ। ਜੇ ਕੋਈ ਸਹੀ ਰੋਲ ਅਦਾ ਨਹੀਂ ਪੂਰਾ ਕਰਦੀ ਸਰਕਾਰ, ਫਿਰ ਅਸਤੀਫਾ ਮੰਗਦੇ ਆ ਨਾ। ਇਹ ਤਾਂ ਨਹੀਂ ਕਿ ਕਿਤੇ ਕੋਈ ਇੰਸੀਡੈਂਟ ਵਾਪਰ ਗਿਆ ਅਤੇ ਆਪਾਂ ਅਸਤੀਫਾ ਮੰਗ ਲਾਂਗੇ। ਅਤੇ ਹੁਣ ਇੰਸੀਡੈਂਟ ਵਾਪਰਿਆ, ਉਹਦੇ ਸਾਡੀ ਸਰਕਾਰ ਲੱਗੀ ਵੀ ਹੈ ਔਰ ਲਾਜ਼ਮੀ ਪੂਰੀ ਘੋਖ ਕੀਤੀ ਜਾਣੀ ਚਾਹੀਦੀ। ਮੈਂ ਤਾਂ ਮੰਗ ਕੀਤੀ ਹੈ ਕਿ ਭਾਵੇਂ ਤੁਸੀਂ ਆਪਣਾ ਜਿੱਥੇ ਤੁਹਾਡੀਆਂ ਹੋਰ ਏਜੰਸੀਆਂ ਵੀ ਕਰਦੀਆਂ ਕਰਨ, ਤਾਂ ਕਿ 2-3 ਏਜੰਸੀਆਂ 'ਚੋਂ ਜਿਹੜੀ ਕਾਮਨ ਓਪੀਨੀਅਨ ਹੁੰਦੀ ਉਹ ਪਤਾ ਲੱਗ ਜਾਂਦਾ ਹੈ। ਅਤੇ ਨਾਲ ਕਿਸੇ ਜੁਡੀਸ਼ੀਅਲ ਜੱਜ ਤੋਂ ਵੀ ਇਸ ਦੀ ਇਨਕੁਆਇਰੀ ਕਰਾਈ ਜਾਵੇ, ਜਿਹੜਾ ਕਿ ਪ੍ਰਮੁੱਖ ਸਿੱਖੀ 'ਚ ਧਰਮ 'ਚ ਵਿਸ਼ਵਾਸ ਰੱਖਣ ਵਾਲਾ ਸੱਚਾ ਸੁੱਚਾ ਇਨਸਾਨ ਜੱਜ ਹੈਗਾ, ਉਹਨਾਂ ਨੂੰ ਤੁਸੀਂ ਇਨਕੁਆਇਰੀ ਦਿੱਤੀ ਜਾਵੇ ਅਤੇ ਉਹ ਇਨਕੁਆਇਰੀ ਦੇ ਕੇ ਟਾਈਮ ਸਿਰ ਸਜ਼ਾ ਦਿੱਤੀ ਜਾਵੇ। ਅਤੇ ਬੀਤੇ ਕੱਲ੍ਹ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਕ੍ਰਿਸ਼ਨ ਸਿੰਘ ਨੂੰ ਮਿਲਣ ਬੈਬਲ ਕਲਾਂ, ਜੋ ਉਸ ਵੇਲੇ ਗੋਲੀकांड ਦੇ ਪੀੜਤ ਨੇ, ਉਹਨਾਂ ਦੇ ਪਰਿਵਾਰ 'ਚੋਂ ਨੇ। ਕ੍ਰਿਸ਼ਨ ਸਿੰਘ ਸਵਾਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਹਾਨੂੰ 3 ਮਹੀਨੇ ਹੋ ਗਏ, ਤੁਸੀਂ ਕੀ ਕਰਤਾ ਬੇਅਦਬੀ ਦੇ ਮੁਲਜ਼ਮਾਂ ਨੂੰ ਫੜਾਉਣ ਦੇ ਲਈ। ਇਹ ਸਵਾਲ ਤੁਹਾਨੂੰ ਕੀ ਲੱਗਦਾ ਕਿ ਕ੍ਰਿਸ਼ਨ ਸਿੰਘ ਦਾ ਕਿੰਨਾ ਕੁ ਵਾਜਿਬ ਸੀ? ਨਹੀਂ, ਮੈਂ ਇਹ ਦੱਸਦੀ ਹਾਂ 3 ਮਹੀਨੇ ਵਿੱਚ ਕਿਹੜੀ ਚੀਜ਼ ਚਾਹੁੰਦੇ ਸੀ ਉਹ ਕਰਨੀ ਜਾਂ ਨਾ ਕਰਨੀ, ਇਹਦਾ ਜਵਾਬ ਨਵਜੋਤ ਸਿੱਧੂ ਦੇ ਸਕਦਾ। ਉਹ ਪ੍ਰਧਾਨ ਹੈ, ਉਹਦੇ 'ਤੇ ਸਵਾਲ ਕੀਤਾ ਅਤੇ ਉਹ ਦੂਸਰੇ ਪਾਸੇ ਸੰਸਥਾ ਨੇ ਕੀਤਾ। ਉਹਦੇ 'ਚ ਮੇਰਾ ਕੁਛ ਕਹਿਣਾ ਨਹੀਂ ਬਣਦਾ। ਉਹਨਾਂ ਨੇ ਜੋ ਕੀਤਾ ਉਹਦੇ ਬਾਰੇ ਤਾਂ ਨਵਜੋਤ ਸਿੱਧੂ ਹੀ ਦੱਸ ਸਕਦੇ, ਉਹਨੂੰ ਦੱਸਣਾ ਚਾਹੀਦਾ ਹੈਗਾ। ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ।
ਰਾਣਾ ਗੁਰਜੀਤ ਸਿੰਘ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਤਾਂ ਵੋਟਾਂ ਤੋਂ ਪਹਿਲਾਂ ਕਾਂਗਰਸ 'ਚ ਦੁੜਕੀ ਹੋ ਲੈਣਗੇ। ਦੇਖੋ ਮੈਂ ਇਹ ਕਹਿੰਦੀ ਕੌਣ ਕੀ ਕਹਿੰਦਾ ਹੈਗਾ, ਮੇਰਾ ਤਾਂ ਇਹ ਡਿਊਟੀ ਨਹੀਂ ਹੈ ਕਿ ਹੁਣ ਉੱਥੇ ਫਲਾਨਾ ਕਹਿੰਦਾ ਉਹਨੂੰ ਕਰਨਾ ਹੈਗਾ। ਇਹ ਪਾਰਟੀ ਦੇ ਵਿੱਚ ਕਈ ਵਾਰੀ ਡਿਫਰੈਂਸਿਸ ਆਫ ਓਪੀਨੀਅਨ ਚੱਲਦੇ ਰਹਿੰਦੇ ਨੇ, ਕਈ ਵਾਰੀ ਰੰਜਿਸ਼ਾਂ ਹੋ ਜਾਂਦੀਆਂ ਹੁੰਦੀਆਂ ਰਹਿੰਦੀਆਂ, ਪਰ ਇਹ ਠੀਕ ਹੈ ਕਿ ਕਿਹੜੀ ਪਾਰਟੀ ਹੈ ਜੀ ਲੜਾਈ ਦੱਸੋ ਮੈਨੂੰ। ਸਾਡੀ ਤਾਂ ਵਿਰੋਧੀ ਪਾਰਟੀਆਂ ਟੁੱਟ ਕੇ ਤਿੰਨ ਟੁਕੜਿਆਂ 'ਚ ਵੰਡੀਆਂ ਗਈਆਂ, ਤੇ ਸਾਡੀ ਪਾਰਟੀ 'ਚ ਤਾਂ ਵਿੱਚ ਬੈਠੇ ਪਾਰਟੀ ਦੇ ਕੋਈ ਨਾ ਕੋਈ ਕਿਸੇ ਗੱਲਾਂ ਤੇ ਰੰਜਿਸ਼ ਹੁੰਦੀ ਹੈ ਤਾਂ ਡਿਫਰੈਂਸਿਸ ਹੋ ਜਾਂਦੇ ਆ, ਉਹਨੂੰ ਸੁਲਝਾ ਲਵਾਂਗੇ ਬੈਠ ਕੇ ਅਸੀਂ ਆਪਣੇ ਪਰਿਵਾਰ 'ਚ, ਐਸੀ ਕੋਈ ਗੱਲ ਨਹੀਂ ਹੈ। ਕੁਝ ਸਮਾਂ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਹੀ ਸੀ ਕਾਂਗਰਸੀ ਐਮਐਲਏ ਜੋਗਿੰਦਰਪਾਲ ਸਿੰਘ ਦੀ। ਉਹਨਾਂ ਨੂੰ ਇੱਕ ਮੁੰਡਾ ਕੁਐਸਚਨ ਪੁੱਛਦਾ ਹੈ ਤੇ ਉਸਦੇ ਥੱਪੜ ਮਾਰਦੇ ਨੇ ਉਹ। ਉਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਆਉਂਦੇ ਨੇ, ਉਹਨੂੰ ਖਿੱਚ ਕੇ ਬਾਹਰ ਕੱਢ ਦਿੰਦੇ ਨੇ। ਕੀ ਕਾਂਗਰਸ ਦਾ ਇਹ ਕਲਚਰ ਠੀਕ ਹੈ ਕਿ ਸਵਾਲ ਪੁੱਛਣ ਤੇ ਥੱਪੜ ਮਾਰੇ ਜਾਣ? ਸਵਾਲ ਪੁੱਛਣਾ ਲੋਕਾਂ ਦਾ ਹੱਕ ਹੈ, ਪੁੱਛਣਾ ਚਾਹੀਦਾ ਹੈ, ਉਹਦੇ ਤੇ ਕਦੇ ਵੀ ਸਾਨੂੰ ਭੜਕਣਾ ਜਾਂ ਮਾੜਾ ਨਹੀਂ ਕਰਨਾ ਚਾਹੀਦਾ। ਇਹ ਜਿਹੇ ਇਲਜ਼ਾਮ ਇੱਕ ਵਾਰ ਮੇਰੇ ਤੇ ਵੀ ਲੱਗੇ ਸੀਗੇ, ਸੋ ਲੇਕਿਨ ਇਸੇ ਕਰਕੇ ਮੈਂ ਕਹਿੰਦੀ ਹਾਂ ਲੱਗੇ ਸੀਗੇ, ਇਹਦੇ ਤੇ ਕੋਈ ਇਲਜ਼ਾਮ ਨਹੀਂ ਹੋਣਾ ਚਾਹੀਦਾ। ਹੁੰਦਾ ਕੀ ਹੈਗਾ, ਕਈ ਵਾਰ ਸਵਾਲਾਂ ਦੀ ਆੜ ਵਿੱਚ ਵੀ ਸਿਆਸਤ ਵਿਰੋਧੀਆਂ ਪਾਰਟੀਆਂ ਚਲਾਉਂਦੀਆਂ ਹੈ, ਉਹ ਜਾਣ ਬੁੱਝ ਕੇ, ਕਿਉਂਕਿ ਅੱਗੇ ਪਿੱਛੇ ਵੀ ਤਾਂ ਮਿਨਿਸਟਰ ਜਾਂਦੇ, ਉਹ ਤਾਂ ਕੋਈ ਸਵਾਲ ਨਹੀਂ ਕਰਦਾ। ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਟਾਈਮ ਬੰਨਿਆ ਕਿ ਮੈਂ ਅੱਜ 10 ਪਿੰਡਾਂ ਜਾਣਾ ਹੈ, ਹਰੇਕ ਪਿੰਡ ਦਾ ਮੇਰਾ 20 ਮਿੰਟ ਜਾਂ ਅੱਧਾ ਘੰਟਾ ਹੈਗਾ, ਉਹਦੇ ਵਿੱਚ ਹਾਊ ਤੁਸੀਂ ਇਟਸ ਪੋਸੀਬਲ ਕਿ ਤੁਸੀਂ ਜੇ ਇੱਕ ਪਿੰਡ ਦੇ ਵਿੱਚ ਹੀ ਜਾਣ ਬੁੱਝ ਕੇ ਤੁਹਾਡੇ ਪ੍ਰੋਗਰਾਮ ਖਰਾਬ ਕਰਨ ਦੇ ਵਾਸਤੇ ਅਗਲੇ ਕਿ ਤੁਹਾਡੇ ਪ੍ਰੋਗਰਾਮ ਕੈਂਸਲ ਹੋ ਜਾਣ, ਕਰਿਓ ਨਾ, ਇੱਥੇ ਅਸੀਂ ਉਹਨਾਂ ਗੱਲਾਂ 'ਚ ਜਾਓ। ਤੇ ਮੈਂ ਤਾਂ ਹੁਣ ਕੀ ਇੱਕ ਮੈਂ ਸੋਚਿਆ ਜੇ ਮੈਂ ਕੰਪੇਨ ਤੇ ਜਾਵਾਂ ਹਰ ਥਾਂ ਤੇ ਜ਼ਰੂਰ 20 ਮਿੰਟ ਖਾਲੀ ਰੱਖੂੰਗੀ, ਉਹ ਖੁੱਲ੍ਹਾ ਕਹੂੰਗੀ ਜਿਹਨੇ ਸਵਾਲ ਕਰਨੇ ਕਰੋ। ਇਸ ਕਰਕੇ ਜਿਹੜੇ ਹੈਗੇ ਉਹ ਕੀ ਵਾਪਰਿਆ, ਕਿਉਂ ਵਾਪਰਿਆ, ਕੀ ਸਵਾਲ ਕੀਤਾ, ਜਦੋਂ ਤੁਸੀਂ ਸਿਆਸੀਕਰਨ ਹੋਊਗਾ ਨਾ ਸਵਾਲਾਂ ਦਾ, ਉਸ ਵਕਤ ਕਈ ਵਾਰੀ ਭੜਕਾਹਟ ਆ ਜਾਂਦੀ ਹੈ। ਮੇਰੇ ਬਾਰੇ ਕਿਹਾ, ਮੈਂ ਇੱਕ ਮਾਂ ਦੇ ਰੂਪ 'ਚ ਮੈਂ ਕਿਸੇ ਦੇ ਥੱਪੜ ਨਹੀਂ ਮਾਰਿਆ, ਇਹ ਮੇਰੇ ਤੇ ਇੰਨਾ ਝੂਠਾ ਇਲਜ਼ਾਮ ਲਾਇਆ ਗਿਆ, ਔਰ ਕਿਉਂਕਿ ਮੈਂ ਉਹਦੇ ਸਫਾਈ ਨਹੀਂ ਪੇਸ਼ ਕੀਤੀ, ਇਸ ਕਰਕੇ ਉਹ ਮੇਰੇ ਵਿਰੋਧੀਆਂ ਨੇ, ਕਈ ਮੇਰੇ ਵਿਰੋਧੀ ਜਿਹੜੇ ਹੈਗੇ ਸੀਗੇ ਐਸੇ ਸੋਸ਼ਲ ਮੀਡੀਆ ਚਲਾਉਂਦੇ ਸੀ ਜਿਨ੍ਹਾਂ ਨੇ ਜਾਣ ਬੁੱਝ ਕੇ ਉਹਦੇ ਵਿੱਚ ਆਵਾਜ਼ ਵੀ ਭਰੀ ਗਈ। ਜੇ ਥੱਪੜੀ ਨਹੀਂ ਵੱਜਾ ਤਾਂ ਆਵਾਜ਼ ਕਿੱਥੋਂ ਆ ਗਈ? ਇੱਕ ਸਵਾਲ ਕਰ ਰਿਹਾ ਗਰਾਊਂਡ 'ਚ ਬੈਠਾ ਬੰਦਾ ਕਰੇ, ਅਸੀਂ ਉਹਦਾ ਜਵਾਬ ਦੇ ਰਹੇ ਹਾਂ ਕਿ ਤੁਸੀਂ ਆਹ ਕਹਿ ਰਹੇ ਹੋ ਸਾਡਾ ਪਿੰਡ ਦਾ ਕੰਮ ਨਹੀਂ ਹੋਇਆ, ਅਸੀਂ ਤੁਹਾਡੇ ਪਿੰਡ ਦੇ ਉੱਤੇ ਕਰੋੜ ਰੁਪਇਆ ਖਰਚਤਾ ਭਾਈ, ਕੰਮ ਤਾਂ ਪਿੰਡ ਦੀ ਪੰਚਾਇਤ ਨੇ ਕਰਨਾ, ਤੇ ਅਸੀਂ ਅਗਲੇ ਪਿੰਡ ਜਾਣਾ ਜਾ ਰਹੇ ਹਾਂ। ਤੇ ਫਿਰ ਉਹ ਬੰਦੇ ਤੁਹਾਡੇ ਸਵਾਲ ਕਰਦੇ ਕਰਦੇ ਸਟੇਜ 'ਤੇ ਆ ਚੜ੍ਹਨ, ਸਟੇਜ 'ਤੇ ਆ ਕੇ ਇੱਕ ਆਦੀ ਮਾਂ ਦੀ ਉਮਰ ਦੀ ਔਰਤ ਦੇ ਮੂੰਹ 'ਚ ਹੱਥ ਦੇਣ ਨਹੀਂ ਜਾਣ, ਕੀ ਹੋਣਾ ਚਾਹੀਦਾ ਫਿਰ? ਕੀ ਉਹ ਵਾਜਬ ਹੈ? ਕਿ ਕੋਈ ਵੀ ਨੌਜਵਾਨ, ਮਾਵਾਂ ਤਾਂ ਹਮੇਸ਼ਾ ਘਰ 'ਚ ਛੋਟੇ ਬੱਚਿਆਂ ਨੂੰ ਵੀ ਘੂਰ ਕੇ ਵੀ ਸਮਝਾਉਂਦੀਆਂ, ਮਾਰ ਕੇ ਵੀ ਸਮਝਾਉਂਦੀਆਂ, ਮਾਂ ਦਾ ਹੱਕ ਹੁੰਦਾ, ਪਰ ਕੀ ਕਿਸੇ ਨੌਜਵਾਨ ਬੱਚੇ ਨੂੰ ਬਿਨਾਂ ਕਾਰਨ ਤੋਂ ਇੱਕ ਆਪਣੀ ਮਾਂ ਦੀ ਉਮਰ ਦੇ ਜਾ ਕੇ ਉਹਦੇ ਮੂੰਹ ਹੱਥ ਦੇ ਕੇ ਦੇਣਾ ਚਾਹੀਦਾ? ਐਂ ਫਰਕ ਸੀ। ਤੇ ਉਹਨੂੰ ਜੇ ਆਪਾਂ ਕਹਿੰਦੇ ਪਰੇ ਦਾ ਕਾਕਾ ਪਰੇ ਹੱਟ ਨੂੰ ਕਹਿ ਦਿੰਦੇ ਹਾਂ, ਤੁਸੀਂ ਉਸ ਨੂੰ ਥੱਪੜ ਬਣਾ ਦਿੰਦੇ ਹੋ। ਮੈਂ ਆਪਣੇ ਪਰਮਾਤਮਾ ਨੂੰ ਜਾਣ ਕੇ ਕਹਿੰਦੀ ਹਾਂ ਕਿ ਸਾਡੀ ਕਦੇ ਮਨਸ਼ਾ ਰਹੀ ਹੀ ਨਹੀਂ। ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ। ਤੇ ਇਹ ਸਨ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੀ, ਜੋ ਇਸ ਵਾਰ ਵੀ ਤਿਆਰ ਨੇ ਵਿਧਾਨ ਸਭਾ ਚੋਣਾਂ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਨੇ, ਤੇ ਫਤਵਾ ਲੋਕਾਂ ਨੇ ਦੇਣਾ ਹੈ। 2022 ਦੀਆਂ ਇਲੈਕਸ਼ਨ ਨੇੜੇ ਨੇ, ਸਰਗਰਮੀਆਂ ਪੂਰੀ ਤਰ੍ਹਾਂ ਦੇ ਨਾਲ ਤੇਜ਼ ਨੇ। ਹੁਣ ਵੇਖਣਾ ਹੋਏਗਾ ਕਿ ਜਨਤਾ, ਆਵਾਮ ਕਿਸ ਨੂੰ ਫਤਵਾ ਦਿੰਦੀ ਹੈ। ਕੈਮਰਾਮੈਨ ਹੈਪੀ ਤੇ ਕਮਲ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਲਹਿਰਾ ਗਾਗਾ।